ਤਿੰਨੇ ਜੱਗ ਜਿਉਂਦੇ ਨੇ। ਤਿੰਨੇ ਜੱਗ ਜਿਉਂਦੇ ਨੇ, ਦਾਨੀ ਜਾਂ ਭਗਤ ਸੂਰਮਾ। 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 ਤਿੰਨੇ ਜੱਗ ਜਿਉਂਦੇ ਨੇ, 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 ਦਾਨੀ ਜਾਂ ਭਗਤ ਸੂਰਮਾ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ ਹੋ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਸੂਰਾ ਸੋ ਪਹਿਚਾਨਿਆ, ਜੋ ਲੜੈ ਦੀਨ ਕੇ ਹੇਤ। ਪੁਰਜਾ ਕੱਟ ਮਰੈ, ਕਬਹੂ ਨਾ ਛੱਡ ਖੇਤ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਈਏ। ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ, ਸਾਰੀ ਸੰਗਤ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਫਤਿਹ ਬੁਲਾਓ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ
ਰਾਮਨਗਰ ਨਗਰ ਦੇ ਵਿੱਚ ਅਮਰ ਸ਼ਹੀਦ ਦੇਸ਼ ਕੌਮ ਵਾਸਤੇ ਮਹਾਨ ਕੁਰਬਾਨੀ ਕਰਨ ਵਾਲੇ ਸਾਡੇ ਵੀਰ ਸ਼ਹੀਦ ਹੈਪੀ ਸਿੰਘ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਨੇ ਦੇਸ਼ ਕੌਮ ਦੇ ਵਿੱਚ ਭੜਕਾਹਟ ਪੈਦਾ ਕਰਨ ਵਾਲੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਹੋਇਆਂ, ਦੇਸ਼ ਕੌਮ ਦੀ ਰਾਖੀ ਕਰਦਿਆਂ ਹੋਇਆਂ ਸਰਹੱਦ ਤੇ ਦੇਸ਼ ਧਰੋਹੀਆਂ ਦਾ ਮੁਕਾਬਲਾ ਕਰਦਿਆਂ 28 ਸਤੰਬਰ 2018 ਨੂੰ ਸ਼ਹੀਦੀ ਪਾਈ। ਸਾਧ ਸੰਗਤ ਜੀ, ਵਿਰਲੇ ਵਿਰਲੇ ਐਸੇ ਜੀਵ ਹੁੰਦੇ ਐ ਜਿਨ੍ਹਾਂ ਦਾ ਸੰਸਾਰ ਵਿੱਚ ਆਉਣਾ ਵੀ ਸਫਲ ਹੁੰਦਾ ਹੈ, ਔਰ ਜਿਹੜੇ ਇਲਾਕੇ ਵਿੱਚ, ਜਿਹੜੇ ਨਗਰ ਵਿੱਚ ਐਸੇ ਮਹਾਨ ਯੋਧੇ ਪੈਦਾ ਹੋਣ, ਉਹਨਾਂ ਕਰਕੇ ਸਾਡਾ ਵੀ ਮਾਣ ਉੱਚਾ ਹੁੰਦਾ। ਗੁਰਮੁਖ ਨਗਰਾਂ ਦਾ, ਇਲਾਕੇ ਦਾ ਮਾਣ ਵੱਧਦਾ ਹੈ ਤੇ ਉਹ ਥਾਵਾਂ ਪੂਜਣਯੋਗ ਹੋ ਜਾਂਦੀਆਂ ਜਿੱਥੋਂ ਦਾ ਕੋਈ ਜੰਮਿਆ ਪਲਿਆ ਦੇਸ਼ ਕੌਮ ਵਾਸਤੇ ਕੁਰਬਾਨੀ ਕਰਦਾ। ਗੁਰਮੁਖ ਸੋ ਮਹਾਨ ਸ਼ਹੀਦ ਵੀਰ ਹੈਪੀ ਸਿੰਘ, ਉਹਨਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ। ਹੋਰ ਵੀ ਬੜੀ ਦੁਨੀਆ ਸੰਸਾਰ ਤੇ ਆ ਵੀ ਰਹੀ ਹੈ ਤੇ ਜਾ ਵੀ ਰਹੀ ਹੈ, ਪਰ ਵਿਰਲੇ ਵਿਰਲੇ ਹੁੰਦੇ ਆ ਜਿਨ੍ਹਾਂ ਦੀਆਂ ਸੰਸਾਰ ਯਾਦਾਂ ਮਨਾਉਂਦਾ। ਗੁਰਮੁਖ ਕਿਸੇ ਕਵੀ ਨੇ ਲਿਖਿਆ ਹੈ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕੈ ਸੂਰ, ਨਾਹੇ ਤਾਂ ਜਨਨੀ ਬਾਂਝ ਰਹੋ, ਕਾਹੇ ਗਵਾਵਹਿ ਨੂਰ। ਜਨਨੀ ਕਹਿੰਦੇ ਐ ਜੋ ਕਿਸੇ ਪੁੱਤਰ ਦਾ ਧੀ ਨੂੰ ਜਨਮ ਦੇਵੇ। ਮਾਂ ਕਹਿੰਦੇ, ਹੇ ਮਾਂ, ਜੇ ਕਿਸੇ ਬੱਚੇ ਨੂੰ ਜਨਮ ਦੇਣ ਲੱਗੀ ਐ, ਕੋਸ਼ਿਸ਼ ਕਰੀ ਉਹ ਦਾਤਾ ਹੋਵੇ। ਦਾਤਾ ਕਹਿੰਦੇ ਐ ਜਿਹੜਾ ਲੋੜਵੰਦਾਂ ਨੂੰ ਦੇਵੇ ਕੁਛ ਨਾ ਕੁਛ, ਉਹ ਪਰਮਾਤਮਾ ਦਾ ਭਗਤ ਹੋਵੇ, ਬੰਦਗੀ ਕਰੇ, ਤੇ ਜਾਂ ਫਿਰ ਸੂਰਮਾ ਹੋਵੇ। ਹੁਣ ਇਹ ਤਿੰਨੇ ਗੱਲਾਂ ਐ। ਕੋਈ ਸਮਾਂ ਸੀ ਜਦੋਂ ਸਾਰਿਆਂ ਨੂੰ ਨਾਮ ਜਪਣ ਦਾ ਹੱਕ ਨਹੀਂ ਸੀ। ਗੁਰਮੁਖ ਕਿਉਂਕਿ ਮੰਨੂ ਨੇ ਸਿਮਰਤੀ ਲਿਖੀ, ਜਿਹਦੇ ਮੁਤਾਬਕ ਦੇਸ਼ ਵਿੱਚ ਵੰਡ ਪਾਤੀ, ਰੱਬ ਦੇ ਸਾਜੇ ਜੀਵਾਂ ਨੂੰ ਕਿਸੇ ਨੂੰ ਬ੍ਰਾਹਮਣ ਬਣਾਤਾ, ਕਿਸੇ ਨੂੰ ਖੱਤਰੀ ਬਣਾਤਾ, ਕਿਸੇ ਨੂੰ ਸ਼ੂਦਰ ਬਣਾਤਾ, ਕਿਸੇ ਨੂੰ ਵੈਸ਼ ਬਣਾਤਾ। ਹਾਲਾਂਕਿ ਪਰਮਾਤਮਾ ਨੇ ਕੋਈ ਜਾਤ ਨਹੀਂ ਬਣਾਈ, ਇਹ ਫੁੱਟ ਪਾਉਣ ਵਾਲੇ ਲੋਕਾਂ ਦਾ ਕੰਮ ਸੀ। ਪਰ ਕੁਝ ਕੌਮਾਂ ਉਦਾਂ ਦੀਆਂ ਸੀ ਜਿਨ੍ਹਾਂ ਨੂੰ ਨਾਮ ਜਪਣ ਤੇ ਵੀ ਰੋਕ ਲਾਤੀ। ਤੁਸੀਂ ਵਿਦਿਆ ਨਹੀਂ ਪੜ੍ਹ ਸਕਦੇ। ਖਾਸ ਕਰਕੇ ਮੈਂ ਬੀਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ, ਸਿੱਖ ਧਰਮ ਤੋਂ ਬਿਨਾਂ ਬਾਕੀ ਕਿਸੇ ਵੀ ਧਰਮ ਨੇ ਜਾਂ ਅਵਤਾਰੀ ਪੁਰਸ਼ ਨੇ ਔਰਤ ਨੂੰ ਚੰਗਾ ਨਹੀਂ ਸੀ ਕਿਹਾ। ਗੁਰੂ ਇਹ ਠੀਕ ਹੈ, ਤੁਸੀਂ ਵੀ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ ਵੀ ਗੁਣ ਔਗਣ ਤਾਂ ਸਾਰਿਆਂ 'ਚ ਹੀ ਹੁੰਦੇ ਆ। ਬੰਦੇ ਕਿਹੜਾ ਸਾਰੇ ਹੀ ਚੰਗੇ ਆ, ਕੁਛ ਉਹ ਵੀ ਹੁੰਦੇ ਆ ਜਿਹੜੇ ਕੌਮ ਨੂੰ, ਕੁਲ ਨੂੰ ਕਲੰਕ ਲਾ ਦਿੰਦੇ ਆ। ਕੁਛ ਬੀਬੀਆਂ ਵੀ ਠੀਕ ਹੈ, ਕੋਈ ਗਲਤ ਵੀ ਹੋ ਸਕਦਾ, ਪਰ ਇੱਕ ਕਰਕੇ ਸਾਰਿਆਂ ਨੂੰ ਫਿਟਕਾਰ ਪਾਉਣੀ ਇਹ ਠੀਕ ਨਹੀਂ ਸੀ। ਗੁਰੂ ਅੱਜ ਜਿਹੜੇ ਵਿਦਿਆ ਪੜ੍ਹਨ ਦੇ ਹੱਕ ਮਿਲ ਗਏ, ਧਰਮ ਸਥਾਨਾਂ ਤੇ ਜਾਣ ਆਉਣ ਦੇ ਹੱਕ ਮਿਲ ਗਏ, ਤੁਹਾਨੂੰ ਬਰਾਬਰੀ ਦਾ ਹੱਕ ਮਿਲਿਆ ਹੈ, ਇਹ ਆਵਾਜ਼ ਜਾਂ ਤਾਂ ਗੁਰੂ ਕੇ ਪਿਆਰੇ ਭਗਤਾਂ ਨੇ ਉਠਾਈ, ਮਹਾਰਾਜ ਕਬੀਰ ਜੀ, ਮਹਾਰਾਜ ਰਵਿਦਾਸ ਜੀ ਵਰਗਿਆਂ ਨੇ, ਸੈਨ ਜੀ ਵਰਗਿਆਂ ਨੇ। ਉਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ, ਸਾਫ਼ ਲਿਖਤਾ, ਕਹਿੰਦੇ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਹੈ ਰਾਜਾਨ। ਜਿਹਦੇ ਪੇਟੋਂ ਜਨਮ ਲੈ ਕੇ ਏਡੇ ਏਡੇ ਮਹਾਨ ਸ਼ਹੀਦ, ਭਗਤ, ਸੰਤ, ਮਹਾਂਪੁਰਸ਼, ਰਾਜੇ ਪੈਦਾ ਹੋਏ, ਉਹਨੂੰ ਮਾੜਾ ਕਹਿੰਦੇ ਹੋ? ਇਹ ਨਹੀਂ ਚਾਹੀਦਾ। ਔਰਤ ਤੋਂ ਬਿਨਾਂ ਸੰਸਾਰ ਨਹੀਂ ਵਸ ਸਕਦਾ। ਗੁਰਮੁਖੋ, ਜੇ ਮਾਂ ਨਾ ਹੁੰਦੀਆਂ, ਭੈਣਾਂ ਨਾ ਹੁੰਦੀਆਂ, ਮਾਵਾਂ ਨਾ ਹੁੰਦੀਆਂ ਤੇ ਆਪਾਂ ਕਿੱਥੋਂ ਪੈਦਾ ਹੋ ਜਾਂਦੇ? ਗੁਰੂ
ਸਤਿਕਾਰ ਸਭ ਦਾ ਕਰਨਾ ਹੈ ਤੇ ਬੇਨਤੀ ਜੋ ਕਰ ਰਿਹਾ ਸਾਂ। ਪਰ ਕੁਝ ਲੋਕ ਉਹ ਸੀ ਜਿਨ੍ਹਾਂ ਨੇ ਸਾਡੇ ਵਿੱਚ ਵੰਡੀਆਂ ਪਾਤੀਆਂ, ਫੁੱਟ ਪਾਤੀ। ਔਰਤ ਨੂੰ ਤਾਂ ਮਾੜਾ ਕਿਹਾ ਹੀ ਸੀ, ਕੁਝ ਕੌਮਾਂ ਵੀ ਉਦਾਂ ਦੀਆਂ ਬਣਾਤੀਆਂ, ਕਹਿੰਦੇ ਨਾ ਤਾਂ ਤੁਸੀਂ ਵਿਦਿਆ ਪੜ੍ਹ ਸਕਦੇ ਹੋ। ਤੇ ਤੁਹਾਨੂੰ ਪਤਾ ਹੈ ਹੁਣ ਜੇ ਫੌਜ ਵਿੱਚ ਵੀ ਭਰਤੀ ਹੋਣਾ ਹੋਵੇ 10ਵੀਂ ਪਾਸ ਜਾਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਤੇ ਜਿਨ੍ਹਾਂ ਨੂੰ ਇਹ ਕਿਹਾ ਸੀ ਵੀ ਵਿਦਿਆ ਪੜ੍ਹਨੀ ਨਹੀਂ, ਫਿਰ ਤੁਸੀਂ ਅੱਜ ਕਿੱਥੇ ਅਹੁਦਿਆਂ ਤੇ ਪਹੁੰਚ ਜਾਂਦੇ। ਕਿਹਨੇ ਮਾਸਟਰ ਬਣਨਾ ਸੀ, ਕਿਹਨੇ ਡਾਕਟਰ ਬਣਨਾ ਸੀ। ਤੇ ਪਿਆਰਿਓ, ਬਹੁਤ ਭੈੜਾ ਹਾਲ ਸੀ ਸਮਾਜ ਦਾ। ਪਰ ਸਾਡੇ ਸੰਤ ਮਹਾਪੁਰਸ਼ ਗੁਰੂ ਜਨ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਕਿਹਾ ਕਿ ਭਾਈ ਨਫ਼ਰਤ ਨਹੀਂ ਚਾਹੀਦੀ, ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਵੋ। ਕਹਿੰਦੇ ਸਾਰੇ ਮਨੁੱਖ ਹੈ, ਹਰ ਮਨੁੱਖ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ। ਉਹਦੀ ਸਰੀਰਕ ਬਣਤਰ ਅਲੱਗ-ਅਲੱਗ ਹੋ ਸਕਦੀ ਹੈ, ਉਹ ਕਰਮਾਂ ਦੀ ਖੇਡ ਹੁੰਦੀ ਹੈ ਗੁਰਮੁਖੋ। ਪਰ ਸਭ ਦਾ ਸਤਿਕਾਰ ਕਰੋ, ਮਨੁੱਖਤਾ ਨੂੰ ਪਹਿਲ ਦੇਣੀ ਚਾਹੀਦੀ ਹੈ। ਤੇ ਸਿੱਖ ਵੀ ਗੁਰੂ ਦਾ ਅਸਲ ਵਿੱਚ ਉਹੀ ਹੈ, ਉਹੀ ਸੱਚਾ ਮੁਸਲਮਾਨ ਹੈ, ਉਹੀ ਸੱਚਾ ਹਿੰਦੂ ਹੈ, ਉਹੀ ਅਸਲ ਇਨਸਾਨ ਹੈ, ਜਿਹੜਾ ਜਾਤ ਪਾਤ ਗੋਰੇ ਕਾਲੇ ਤੇ ਸਰੀਰਕ ਬਣਤਰ ਨੂੰ ਛੱਡ ਕੇ ਸਿਰਫ ਇਨਸਾਨੀਅਤ ਨੂੰ ਪਹਿਲ ਦੇਵੇ। ਗੁਰੂ ਉਹੀ ਪੂਜਣਯੋਗ ਹੁੰਦਾ। ਸਾਡੇ ਗੁਰੂਆਂ ਨੇ ਕੀਤਾ, ਗੁਰਮੁਖੋ ਸਾਨੂੰ ਜਗਾਇਆ। ਜਿਨ੍ਹਾਂ ਕੌਮਾਂ ਨੂੰ ਦੁਨੀਆ ਨੇ ਦੂਰ ਰੱਖਿਆ, ਪੜ੍ਹੇ ਰੱਖਿਆ, ਇਹ ਵਿਦਿਆ ਨਹੀਂ ਪੜ੍ਹ ਸਕਦੇ, ਇਹ ਉੱਚੇ ਅਹੁਦੇ ਤੇ ਨਹੀਂ ਪਹੁੰਚ ਸਕਦੇ, ਸਾਡੇ ਗੁਰੂਆਂ ਨੇ ਪਤਾ ਕਿਰਪਾ ਕਿੰਨੀ ਕੀਤੀ। ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ। ਇਹ ਮਾਣ ਕਿਸੇ ਨੇ ਹੋਰ ਦਿੱਤਾ ਕਦੇ ਗੁਰੂ ਨੂੰ? ਕਿਰਪਾ ਦੇਖੋ ਕੈਸੀ ਕੀਤੀ। ਆ ਨੇੜੇ ਹੀ ਆਪਣੇ ਤਖਤ ਸ੍ਰੀ ਦਮਦਮਾ ਸਾਹਿਬ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ, ਜਿਹੜੇ ਮਜ਼੍ਹਬੀ ਸਿੱਖ ਪਰਿਵਾਰਾਂ 'ਚ ਪੈਦਾ ਹੋਏ। ਜਾਤ ਪਾਤ ਦੁਨੀਆ ਮੰਨਦੀ ਸੀ, ਗੁਰੂ ਨੇ ਨਹੀਂ ਮੰਨੀ। ਆਪਾਂ ਵੀ ਇਹ ਵਿਤਕਰੇ 'ਚ ਨਹੀਂ ਪੈਣਾ। ਲੋਕ ਕਹਿੰਦੇ ਸੀ ਇਹ ਨੀਵੀਂ ਜਾਤ ਦੇ ਐ, ਪਰ ਮੇਰੇ ਸਤਿਗੁਰ ਨੇ ਛਾਤੀ ਨਾ ਲਾਏ, ਗੁਰਮੁਖ ਮਾਣ ਦਿੱਤਾ। ਇੱਥੇ ਜਾਤ ਗੋਤ ਨਹੀਂ ਮਹਿਣੇ ਰੱਖਦੀ, ਇੱਥੇ ਇਹ ਦੇਖਿਆ ਜਾਂਦਾ ਤੈਂ ਕੀਤਾ ਕੀ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਘਰ ਬਣਾਉਂਦਾ ਜਿਹੜੀ ਮਰਜ਼ੀ ਜਾਤੀ 'ਚ ਪੈਦਾ ਹੋਇਆ ਹੋਵੇ, ਆਪਾਂ ਕਹਾਂਗੇ ਮਿਸਤਰੀ ਸਿੱਖ ਹੈ। ਕੋਈ ਕੱਪੜੇ ਸਿਉਂਦਾ, ਆਪਾਂ ਕਹਿਣਾਂਗੇ ਫਲਾਣਾ ਦਰਜੀ ਬੈਠਾ ਹੈ। ਤੇ ਬਾਣੀ 'ਚ ਵੀ ਲਿਖਤਾ, ਮਹਾਰਾਜ ਕਹਿੰਦੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਹੇ। ਤੇਰੀ ਇੱਜ਼ਤ ਪਤ ਆਬਰੂ ਉਹੇ ਜੀ ਹੋਣੀ ਹੈ ਜਿਹੇ ਜੇ ਤੂੰ ਕਰਮ ਕਰੇਗਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਮਾਂ ਨੂੰ ਪਹਿਲ ਦਿੱਤੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਹਿੰਦੇ ਕਰਮਾਂ ਕਰਕੇ ਵਿਛੜੇ ਆ ਤੇਰੇ ਤੋਂ, ਹੁਣ ਮਾਲਕ ਕਿਰਪਾ ਕਰੋ ਸਾਨੂੰ ਆਪਣੇ ਨਾਲ ਮੇਲੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਰਵਿਦਾਸ ਜੀ ਮਹਾਰਾਜ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਦੇ ਆਪਾਂ ਇਹ ਗੱਲ ਸੋਚੀ ਗੁਰਮੁਖੋ? ਪੜ੍ਹ ਲੈਨੇ ਆ, ਸੁਣ ਲੈਨੇ ਆ, ਕਦੇ ਵਿਚਾਰ ਵੀ ਆਪਣੀ ਬਣਾਓ ਵੀ ਠੀਕ ਹੈ ਅੱਗੇ ਦੁਨੀਆ ਨੇੜੇ ਨਹੀਂ ਸੀ ਲੱਗਣ ਦਿੰਦੀ, ਹੁਣ ਤਾਂ ਬਹੁਤ ਮਾਣ ਮਿਲਿਆ। ਤੇ ਹੁਣ ਕੋਸ਼ਿਸ਼ ਕਰੋ ਇਹ ਜੀਵਨ ਗੁਰੂ ਦੇ ਲੇਖੇ ਲਾਓ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਦੇਸ਼ ਕੌਮ ਦੀ ਸੇਵਾ ਕਰੋ, ਸਮਾਜ ਦਾ ਭਲਾ ਕਰੋ। ਪਰ ਹੁਣ ਵੀ ਬਹੁਤ ਲੋਕ ਉਹ ਨੇ ਪਿਆਰਿਓ ਜਿਨ੍ਹਾਂ ਨੇ ਜੀਵਨ ਨਿੰਦਿਆ, ਚੁਗਲੀ, ਨਸ਼ਿਆਂ ਦੇ ਲੇਖੇ, ਮਾੜੇ ਕੰਮਾਂ ਦੇ ਲੇਖੇ ਲਾ ਛੱਡਿਆ। ਦੇਖਿਆ ਨਾ ਅਖਬਾਰਾਂ ਭਰੀਆਂ ਪਈਆਂ, ਫਲਾਣੇ ਤਾਂ ਮੌਤ ਹੋ ਗਈ ਨਸ਼ੇ ਕਰਕੇ, ਆ ਹੋ ਗਿਆ ਉਹ ਹੋ ਗਿਆ। ਇਹ ਪੰਜਾਬ ਦੀ ਧਰਤੀ ਇਦਾਂ ਦੀ ਸੀ ਗੁਰਮੁਖੋ? ਕੁਝ ਸੋਚਣਾ ਹੈ। ਸਾਧ ਸੰਗਤ ਜੀ ਸੰਸਾਰ ਵਿੱਚ ਆਏ ਆ, ਬਹੁਤ ਜਨਮਾਂ ਦੇ ਪਹਿਲਾਂ ਵਿਛੜੇ ਹੋਏ ਸੀ। ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਹੇ ਮਾਲਕ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਹੁਣ ਇਹ ਜੀਵਨ ਤੇਰੇ ਲੇਖੇ ਲਾਉਣਾ ਹੈ ਤੇ ਕਿਰਪਾ ਕਰੋ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਹਿੰਦੇ ਅੱਗੇ ਤਾਂ ਵੰਡੀਆਂ ਪਾਤੀਆਂ, ਸਾਨੂੰ ਧਰਮ ਸਥਾਨਾਂ ਦੇ ਗੁਰੂਆਂ ਦੇ ਨੇੜੇ ਨਹੀਂ ਆਉਣ ਦਿੱਤਾ ਜਾਂਦਾ ਸੀ। ਹੁਣ ਕਿਰਪਾ ਕਰੋ ਬਹੁਤ ਚਿਰ ਹੋ ਗਿਆ ਦਰਸ਼ਨ ਨਹੀਂ ਹੋਏ। ਉਹਨਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ। ਇਹੋ ਜੀ ਪੁਕਾਰ ਸੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਸੀਸ ਤੋਂ ਲਾ ਕੇ ਕਲੰਗੀ
ਬਾਬਾ ਸੰਗਤ ਸਿਉਂ ਦੇ ਸਿਰ ਤੇ ਸਜਾਤੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਚੋਲਾ ਉਹ ਵੀ ਬਾਬਾ ਸੰਗਤ ਸਿੰਘ ਨੂੰ ਪਹਿਨਾਇਆ, ਤੀਰ ਕਮਾਨ ਪੱਥੇ ਵਿੱਚ ਤੀਰ ਪਾਏ ਹੋਏ ਉਹ ਵੀ ਬਾਬਾ ਸੰਗਤ ਸਿੰਘ ਨੂੰ ਬਖਸ਼ਿਆ। ਦੇਖੋ ਜੇ ਭਗਤੀ ਲਹਿਰ ਸ਼ੁਰੂ ਹੋਈ, ਬੰਦਗੀ ਕੀਤੀ, ਤੇ ਇਹ ਵੀ ਬਾਣੀ 'ਚ ਲਿਖਿਆ, ਕਹਿੰਦੇ ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮਹਿ ਸੋ ਕਹੀਅਤ ਹੈ ਸੂਰਾ। ਜੇ ਸੂਰਮੇ ਵੀ ਬਣਨਾ, ਕਹਿੰਦੇ ਭਾਈ ਸੂਰਮਾ ਉਹੀ ਬਣ ਸਕਦਾ ਹੈ, ਦੇਸ਼ ਕੌਮ ਲਈ ਕੁਰਬਾਨੀ ਵੀ ਉਹੀ ਕਰ ਸਕਦਾ ਹੈ ਜਿਹੜਾ ਭਗਤੀ ਕਰਦਾ ਹੋਵੇ। ਭਗਤੀ ਕਰਨ ਨਾਲ, ਬਾਣੀ ਪੜ੍ਹਨ ਨਾਲ, ਧਰਮ ਸਥਾਨਾਂ ਤੇ ਜਾਣ ਨਾਲ ਸਾਨੂੰ ਪਤਾ ਲੱਗਦਾ ਵੀ ਜ਼ਿੰਦਗੀ ਦੇਸ਼ ਕੌਮ ਦੀ ਸੇਵਾ ਲਈ ਮਿਲੀ ਹੈ। ਇਹ ਨਸ਼ੇ ਕਰਨ ਵਾਸਤੇ ਨਹੀਂ ਮਿਲੀ, ਇਹ ਇਸ ਕੰਮ ਵਾਸਤੇ ਨਹੀਂ ਮਿਲਿਆ ਜੀਵਨ ਵੀ ਲੋਕਾਂ ਦੇ ਘਰਾਂ 'ਚ ਅਸੀਂ ਫੁੱਟ ਪਾਈਏ ਗੁਰਮੁਖੋ। ਭਲਾ ਕਰਨ ਵਾਸਤੇ ਜ਼ਿੰਦਗੀ ਮਿਲੀ। ਜਿਨ੍ਹਾਂ ਨੂੰ ਇਹ ਸਮਝ ਆ ਗਈ ਉਹ ਤੁਰ ਪੈਣ ਚੰਗੇ ਰਾਹ ਤੇ, ਫਿਰ ਸਤਿਗੁਰੂ ਵੀ ਆਪ ਉਹਨਾਂ ਨੂੰ ਗਲਵੱਕੜੀ 'ਚ ਲੈਂਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਪੜਿਓ ਲੈ ਸਾਰੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਨਾਮ ਦਾ ਬੋਲਿਆ ਕਰੋ ਭਾਈ ਸਾਰੇ। ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਸੱਚੇ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗਿਆ, ਕਲ ਯੁਗ ਵਿੱਚ ਉਹੀ ਸੂਰਮੇ। ਇਬਾਦਤ ਤੋਂ ਬਿਨਾ ਸ਼ਹਾਦਤਾਂ ਨਹੀਂ ਹੁੰਦੀਆਂ ਗੁਰਮੁਖੋ। ਕੁਰਬਾਨੀਆਂ ਵੀ ਉਹੀ ਕਰ ਸਕਦੇ ਐ ਜਿਨ੍ਹਾਂ ਦਾ ਦੇਸ਼ ਕੌਮ ਨਾਲ ਪਿਆਰ ਹੋਵੇ ਭਾਈ। ਸੋ ਅਮਰ ਸ਼ਹੀਦ ਵੀਰ ਹੈਪੀ ਸਿੰਘ ਦੀ ਯਾਦ ਵਿੱਚ ਆਪਾਂ ਜੁੜੇ ਆ, ਜਿਨ੍ਹਾਂ ਨੇ ਸਰਦਾਰ ਦੇਵਰਾਜ ਸਿੰਘ ਦੇ ਘਰ ਜਨਮ ਲਿਆ, ਮਾਤਾ ਅਮਰਜੀਤ ਕੌਰ ਦੀ ਕੁੱਖੋਂ। ਯੋਗ ਵਿਦਿਆ ਪੜ੍ਹੀ, ਇਸੇ ਰਾਮਨਗਰ ਦੇ ਵਿੱਚ ਖੇਡੇ ਪਲੇ ਵੱਡੇ ਹੋਏ ਤੇ ਉਪਰੰਤ ਫੌਜ ਵਿੱਚ ਭਰਤੀ ਹੋਏ। ਗੁਰਮੁਖ ਪਿਆਰਿਓ, ਫੌਜ ਦੇ ਵਿੱਚ ਵੀ ਜੋ ਫੌਜ ਦੇ ਅਸੂਲ ਨੇ, ਰੂਲ ਨੇ, ਉਹਨਾਂ ਤੇ ਪਹਿਰਾ ਦਿੱਤਾ। ਤੇ ਜਦੋਂ ਇਹਨਾਂ ਦੀ ਸ਼ਹੀਦੀ ਹੋਈ, 14 ਸਿੱਖ ਲਾਈਟ ਪਰਮਾਨੈਂਟ ਯੂਨਿਟ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸੀ ਤੇ ਸ਼ਹੀਦੀ ਦੇ ਵੇਲੇ ਯੂਨਿਟ 19 RR ਦੇ ਵਿੱਚ ਸੀ। ਜੰਮੂ ਕਸ਼ਮੀਰ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਅਨੰਤਨਾਗ। ਉੱਥੇ ਗੁਰਮੁਖ ਪਿਆਰਿਓ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਸਮੇਂ-ਸਮੇਂ ਤੇ
ਸਾਡੇ ਦੇਸ਼ ਵਿੱਚ ਗੜਬੜ ਕਰਦੀਆਂ ਰਹਿੰਦੀਆਂ, ਉਹਨਾਂ ਦਾ ਮੁਕਾਬਲਾ ਹੋ ਰਿਹਾ ਸੀ ਤੇ ਉਸ ਮੁਕਾਬਲੇ ਦੇ ਵਿੱਚ ਗੋਲੀ ਲੱਗਣ ਨਾਲ ਵੀਰ ਹੈਪੀ ਸਿੰਘ ਸ਼ਹੀਦ ਹੋਏ। ਦੇਖੋ ਅੱਜ ਜਿਹੜੇ ਆਪਾਂ ਘਰਾਂ ਦੇ ਵਿੱਚ ਬਾਲ ਬੱਚਿਆਂ ਸਮੇਤ ਆਰਾਮ ਨਾਲ ਰਹਿੰਦੇ ਆ ਨਾ, ਆਪਣਾ ਕਾਰੋਬਾਰ ਕਰਦੇ ਆ, ਕਮਾਉਂਦੇ ਆ, ਖਾਂਦੇ ਆ, ਸੁੱਖ ਨਾਲ ਵਸਦੇ ਆ, ਇਹ ਤਾਂ ਵਸਦੇ ਆ ਕਿਉਂਕਿ ਬਹੁਤ ਐਸੇ ਸਾਡੇ ਵੀਰ ਭੈਣਾਂ, ਬੱਚੇ ਬੱਚੀਆਂ, ਕਈ ਲੰਬੀ ਉਮਰ ਦੇ ਬਜ਼ੁਰਗ ਵੀ ਹੋ ਗਏ, ਅਹੁਦਿਆਂ ਤੇ ਬੈਠੇ ਆ, ਉਹ ਦੇਸ਼ ਦੀਆਂ ਸਰਹੱਦਾਂ ਤੇ ਬਹਿ ਕੇ ਦੇਸ਼ ਦੀ ਰਾਖੀ ਕਰਦੇ ਆ। ਗੁਰਮੁਖ ਕਿੰਨਾ ਵੱਡਾ ਫੌਜ ਦਾ ਪ੍ਰਬੰਧ ਹੈ, ਫਿਰ ਵੀ ਸਮੇਂ-ਸਮੇਂ ਤੇ ਵਿਰੋਧੀ ਗੜਬੜ ਕਰ ਜਾਂਦੇ ਆ। ਜੇ ਨਾ ਹੋਣ ਫਿਰ ਕੀ ਹਾਲ ਹੋਵੇ ਗੁਰਮੁਖ, ਤੇ ਸੌਖਾ ਨਹੀਂ ਹੈ। ਕਈ ਵਾਰੀ ਮੈਂ ਤਾਂ ਸੋਚਦਾ ਹੁੰਨਾ ਵੀ ਕਿਤੇ ਲੋਹੜੀ ਆ ਗਈ, ਕਿਤੇ ਦੀਵਾਲੀ ਆ ਗਈ, ਕਿਤੇ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਆ ਗਿਆ, ਆਪਾਂ ਤਾਂ ਆਰਾਮ ਨਾਲ ਫਿਰਦੇ ਆਂ, ਪਰ ਜਿਹੜੇ ਪੁਲਿਸ ਵਿੱਚ ਨੇ ਜਾਂ ਫੌਜ ਵਿੱਚ ਨੇ ਵੀਰ ਭੈਣਾਂ, ਉਹਨਾਂ ਦਾ ਵੀ ਤਾਂ ਜੀ ਕਰਦਾ ਹੋਊ ਅਸੀਂ ਵੀ ਆਪਣੇ ਪਰਿਵਾਰ 'ਚ ਜਾਈਏ, ਅਸੀਂ ਵੀ ਖੁਸ਼ੀ ਮਨਾਈਏ। ਆਪਾਂ ਘਰਾਂ 'ਚ ਖੁਸ਼ੀਆਂ ਮਨਾਉਂਦੇ ਹੁੰਨੇ ਆ, ਇਹ ਸੜਕਾਂ ਤੇ ਖੜੇ ਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਦਾ ਜੋ ਪਿਛੋਕੜ ਪਰਿਵਾਰ ਹੁੰਦਾ, ਬਾਲ ਬੱਚੇ, ਮਾਤਾ ਪਿਤਾ, ਘਰ ਵਾਲੀਆਂ, ਭੈਣ ਭਾਈ, ਉਹਨਾਂ ਦਾ ਵੀ ਜੀ ਕਰਦਾ ਹੁੰਦਾ ਵੀ ਰੱਖੜੀ ਆ ਗਈ, ਮੈਂ ਵੀਰ ਦੇ ਰੱਖੜੀ ਬੰਨਾਂ। ਪਰ ਜਿਹੜਾ ਬੈਠਾ ਹੀ ਉਹ ਦੇਸ਼ ਦੀ ਸਰਹੱਦ ਤੇ ਆ, ਗੁਰਮੁਖ ਪਿਆਰਿਓ, ਕਿੱਥੇ ਉਹਨਾਂ ਨੂੰ ਖੁਸ਼ੀਆਂ ਮਨਾਉਣ ਦਾ ਸਮਾਂ ਮਿਲਦਾ। ਸੋ ਇਹ ਜੇ ਮਹਾਨ ਯੋਧੇ ਪੈਦਾ ਕਰਨੇ ਆ, ਤੇ ਦਾਸ ਨੇ ਹਰ ਥਾਂ ਹੀ ਬੇਨਤੀ ਕੀਤੀ ਹੈ, ਵੱਧ ਤੋਂ ਵੱਧ ਵਿਦਿਆ ਪੜ੍ਹੋ। ਵਿਦਿਆ ਇੱਕ ਐਸੀ ਚੀਜ਼ ਹੈ, ਜੇ ਪੜ੍ਹ ਲਿਖ ਕੇ ਉੱਚੇ ਉੱਠੋਗੇ ਗੁਰਮੁਖੋ, ਨਾ ਤਾਂ ਤੁਹਾਡੀ ਜਾਤ ਪਾਤ ਨੂੰ ਫਿਰ ਕੋਈ ਮੰਨੇ, ਫਿਰ ਤੁਹਾਡਾ ਸਤਿਕਾਰ ਹੁੰਦਾ। ਹੁਣ ਦੇਖਦੇ ਹੋ ਨਾ, 30-30 40-40 ਕਿੱਲਿਆਂ ਦੇ ਮਾਲਕ ਕਹਿੰਦੇ ਆ ਵੀ ਕੁੜੀ ਪੜ੍ਹੀ ਲਿਖੀ ਮਿਲ ਜੇ, ਮੁੰਡੇ ਨੂੰ ਬਾਹਰ ਲੈ ਜੇ, ਅਸੀਂ ਪੈਸੇ ਲਾ ਦਿਆਂਗੇ। ਜਾਤ ਪਾਤ ਵੀ ਨਹੀਂ ਮੰਨਦੇ ਗੁਰਮੁਖ। ਇਸੇ ਕਰਕੇ ਗੁਰੂਆਂ ਨੇ ਸਾਡੇ ਨੇ ਵਿਦਿਆ ਪੜ੍ਹਨ ਤੇ ਜੋੜ ਦਿੱਤਾ। ਰਵਿਦਾਸ ਮਹਾਰਾਜ ਜੀ ਬਾਣੀ 'ਚ ਲਿਖ ਗਏ, ਕਹਿੰਦੇ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਕਹਿੰਦੇ ਵਾਹਿਗੁਰੂ ਦਾ ਨਾਮ ਜਪੋ, ਸੁਣੋ, ਵਿਦਿਆ ਪੜ੍ਹੋ ਵੱਧ ਤੋਂ ਵੱਧ, ਫੇਰ ਗੱਲ ਬਣਨੀ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ, ਖਾਸ ਕਰਕੇ ਹੁਣ ਦੇ ਸਮੇਂ। ਜਿਵੇਂ ਕੋਈ ਸਮਾਂ ਸੀ ਪਰਮਾਤਮਾ ਦੀ ਭਗਤੀ ਕਰਦੇ ਕਬੀਰ ਜੀ ਮਹਾਰਾਜ, ਨਾਮਦੇਵ ਜੀ ਮਹਾਰਾਜ, ਧੰਨਾ ਜੀ ਮਹਾਰਾਜ, ਨਾਲੇ ਖੇਤੀਬਾੜੀ ਕਰਦੇ ਨਾਲੇ ਭਜਨ ਕਰੀ ਜਾਂਦੇ ਗੁਰਮੁਖ। ਉਦੋਂ ਸਮਾਂ ਉਹੇ ਜਿਹਾ ਸੀ। ਫਿਰ ਸਮਾਂ ਬਦਲਿਆ। ਕਈ ਵੀਰ ਨਾ ਫੋਨ ਕਰਕੇ ਕਹਿਣਗੇ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ ਜੀ। ਪਹਿਲਾਂ ਵੀ ਤਾਂ ਬਥੇਰੇ ਮਹਾਂਪੁਰਸ਼ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ। ਦੇਖੋ ਸੁਣੋ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਵੀ ਅੰਮ੍ਰਿਤ ਨਹੀਂ ਸੀ ਛਕਾਇਆ। 10ਵੇਂ ਪਾਤਸ਼ਾਹ ਵੀ ਕੁਝ ਸਮਾਂ ਗੁਰਤਾ ਗੱਦੀ ਤੇ ਏਦਾਂ ਹੀ ਸੇਵਾ ਨਿਭਾ ਗਏ। ਪਰ 1699 ਦੀ ਵਿਸਾਖੀ ਨੂੰ ਉਹਨਾਂ ਨੇ ਕਿਹਾ ਸੀ, ਕਹਿੰਦੇ ਮੈਂ ਆਪਣੀ ਕੌਮ ਨੂੰ, ਰੱਬ ਦੇ ਪਿਆਰਿਆਂ ਨੂੰ ਇੱਕ ਵੱਖਰਾ ਰੂਪ ਦੇਣਾ ਹੈ। ਕਿਉਂਕਿ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ, ਮਹਾਰਾਜ ਜੀ ਨੇ ਪੁੱਛਿਆ ਸੀ, ਕਹਿੰਦੇ ਭਾਈ ਜੈਤਾ ਜੀ ਦੱਸੋ, ਕੋਈ ਸਿੱਖ ਹੈ ਨਹੀਂ ਸੀ ਉੱਥੇ? ਬੋਲਿਆ ਨਹੀਂ ਕੋਈ, ਐਡਾ ਵੱਡਾ ਜ਼ੁਲਮ ਹੋ ਗਿਆ। ਤਾਂ ਭਾਈ ਜੈਤਾ ਜੀ ਕਹਿੰਦੇ ਮਹਾਰਾਜ ਹੋਣਗੇ ਸਿੱਖ ਤਾਂ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਗਏ ਦਿੱਲੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਵੀ ਪਏ ਨੇ, ਗੁਰੂ ਹਰਕ੍ਰਿਸ਼ਨ ਜੀ ਨੇ ਤਾਂ ਦਿੱਲੀ ਵਾਲਿਆਂ ਨੂੰ, ਮਰਦਿਆਂ ਨੂੰ ਬਚਾਇਆ ਸੀ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਗਏ ਆ ਦਿੱਲੀ, ਜਦੋਂ ਬਹਾਦਰ ਸ਼ਾਹ ਨੂੰ ਤਾਜ ਦਿੱਤਾ ਸੀ। ਸਿੱਖ ਤਾਂ ਹੋਣਗੇ, ਪਰ ਮਹਾਰਾਜ ਪਤਾ ਨਹੀਂ ਸੀ ਲੱਗਦਾ ਵੀ ਸਿੱਖ ਕੌਣ ਹੈ ਤੇ ਹਿੰਦੂ ਕੌਣ ਹੈ, ਮੁਸਲਮਾਨ ਕੌਣ ਹੈ। ਉਦੋਂ ਮਹਾਰਾਜ ਨੇ ਭਾਈ ਜੈਤਾ ਜੀ ਨੂੰ ਕਿਹਾ ਸੀ, ਕਹਿੰਦੇ ਜੈਤਿਆ ਸਮਾਂ ਆਏਗਾ, ਆਪਾਂ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਕਰੋੜਾਂ ਵਿੱਚੋਂ ਵੱਖਰਾ ਦਿਸੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਫਿਰ ਉਹ ਬਚਨ ਪੂਰਾ ਕੀਤਾ 1699 ਦੀ ਵਿਸਾਖੀ ਨੂੰ। ਤੇ ਮਹਾਰਾਜ ਨੇ ਪਹਿਲਾਂ 5 ਪਿਆਰੇ ਸਾਜੇ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਮਾਫੀ ਦਿਓ, ਮੈਂ ਨਹੀਂ ਕਹਿੰਦਾ, ਦੁਨੀਆ ਕਹਿੰਦੀ ਸੀ ਆ ਫਲਾਣਾ ਨਾਈ ਜਾਂਦਾ ਹੈ, ਆ ਫਲਾਣਾ ਝਿਉਰ ਜਾਂਦਾ ਹੈ। ਮੇਰੇ ਸਤਿਗੁਰ ਨੇ ਸਭ ਖਤਮ ਕਰਤਾ। ਨਾਈ ਸ਼ਿੰਬੇ ਝਿਉਰ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਸੀ, ਮੇਰੇ ਸਤਿਗੁਰ ਨੇ 5 ਪਿਆਰੇ ਸਾਜੇ। ਤੇ ਪਤਾ ਕੀ ਕਿਹਾ? ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਇਹ ਹੁਣ ਹੋਰ ਨਹੀਂ ਕੋਈ, ਇਹ ਮੇਰਾ ਰੂਪ ਹੋ ਗਏ। ਕਹਿੰਦੇ ਦੁਨੀਆ ਨੂੰ ਭੁਲੇਖਾ ਨਾ ਪੈ ਜੇ,
ਆਪ ਵੀ ਆਪਣਾ ਪਰਿਵਾਰ ਲਿਆਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਾਰਾ ਪਰਿਵਾਰ ਇਕੱਠਾ ਕਰਕੇ ਕੋਲੇ ਫੇਰ ਕਿਹਾ ਸੀ, ਕਹਿੰਦੇ ਜਿਵੇਂ ਤੁਸੀਂ ਦਇਆ ਸਿੰਘ ਦਇਆ ਰਾਮ ਤੋਂ ਦਇਆ ਸਿੰਘ, ਧਰਮਚੰਦ ਤੋਂ ਧਰਮ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣ ਗਏ ਹੋ, ਕਿਤੇ ਮੈਂ ਵੀ ਗੋਬਿੰਦ ਰਾਏ ਹੀ ਨਾ ਰਹਿ ਜਾ, ਮੈਨੂੰ ਵੀ ਗੋਬਿੰਦ ਸਿੰਘ ਬਣਾਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਿਵਾਰ ਸਮੇਤ ਉਹਨਾਂ ਤੋਂ ਅੰਮ੍ਰਿਤ ਛਕਿਆ। ਦੇਖੋ ਕਦੇ ਹੋਇਆ ਜਿਨ੍ਹਾਂ ਨੂੰ ਦੁਨੀਆ ਗਰੀਬ ਲੋਕ ਜਾਤਾਂ ਪਾਤਾਂ 'ਚ ਰੱਖਦੀ ਸੀ ਨਾ, ਉਹਨਾਂ ਦੇ ਹੱਥੋਂ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਆਪ ਅੰਮ੍ਰਿਤ ਛਕਿਆ। ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ ਜੀ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਵੀ ਅੰਮ੍ਰਿਤ ਛਕਾਇਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਤਾਂ ਅੱਜ ਮਾਣ ਨਾਲ ਕਹਿੰਦੇ ਆ, ਨਾ ਕੋਈ ਹੋਇਆ ਏ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਪਿਤਾ ਦਸ਼ਮੇਸ਼ ਵਰਗਾ। ਕਿਹੜਾ ਕਰੂਗਾ ਤੇਰੀਆਂ ਰੀਸਾਂ, 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 ਪੁੱਤਰਾਂ ਨੂੰ ਮਾਰਨ, ਕਿਹੜਾ ਕਰੂਗਾ ਤੇਰੀਆਂ ਰੀਸਾਂ, ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰੂਗਾ ਤੇਰੀਆਂ ਰੀਸਾਂ, ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰੂਗਾ ਤੇਰੀਆਂ ਰੀਸਾਂ, ਪੁੱਤਰਾਂ ਦੇ ਦਾਨੀਆਂ ਗੁਰਾ। ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੀਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿਹੜਾ ਕਰੂ ਗੁਰੂ ਦੀ ਰੀਸ ਗੁਰਮੁਖ ਪਿਆਰਿਓ। ਸੋ ਇਸ ਕਰਕੇ ਭਾਈ ਸਾਨੂੰ ਵੀ ਚਾਹੀਦਾ ਹੈ, ਜੇ ਸੱਚੇ ਪਾਤਸ਼ਾਹ ਨੇ ਸਾਨੂੰ ਮਾਣ ਦਿੱਤਾ ਹੈ, ਸਾਨੂੰ ਇੱਥੋਂ ਤੱਕ ਪਹੁੰਚਾਇਆ, ਅੱਜ ਕੋਈ ਮਾਸਟਰ ਬਣਿਆ, ਕੋਈ ਡਾਕਟਰ ਬਣਿਆ, ਕੋਈ ਤਹਿਸੀਲਦਾਰ ਬਣਿਆ, ਕੋਈ ਜੱਜ ਬਣਿਆ, ਕੋਈ ਵਕੀਲ ਬਣਿਆ, ਉੱਚੇ ਅਹੁਦਿਆਂ ਤੇ ਮੰਤਰੀ ਸੰਤਰੀ ਪਹੁੰਚ ਗਏ, ਪਰ ਆਹ ਗੱਲ ਯਾਦ ਰੱਖਿਓ, ਸਤਿਗੁਰਾਂ ਦੀਆਂ ਕੀਤੀਆਂ ਕੁਰਬਾਨੀਆਂ ਕਰਕੇ ਅੱਜ ਉਹਦੇ ਮਿਲੇ ਨੇ, ਇਹਨਾਂ ਦਾ ਦੁਰਉਪਯੋਗ ਨਾ ਕਰੀਏ। ਜੇ ਅੱਜ ਮਾਲਕ ਦੀ ਕਿਰਪਾ ਨਾਲ ਮਾਣ ਤਾਣ ਮਿਲ ਗਿਆ, ਫਿਰ ਪਿਛੋਕੜ ਇਤਿਹਾਸ ਪੜ੍ਹ ਲਓ, ਜਿਨ੍ਹਾਂ ਨੇ ਤਾਂ ਸੰਸਾਰ ਦਾ ਭਲਾ ਕੀਤਾ, ਭਾਵੇਂ ਉਹ ਝੌਂਪੜੀ 'ਚ ਰਹਿੰਦਾ ਸੀ, ਭਾਵੇਂ ਰਾਜਾ ਬਣਿਆ, ਉਹਨਾਂ ਨੂੰ ਤਾਂ ਦੁਨੀਆ ਯਾਦ ਕਰਦੀ ਹੈ, ਸੀਸ ਝੁਕਾਉਂਦੀ ਹੈ। ਤੇ ਜਿਹੜੇ ਸਿਰਫ ਆਪਣੇ ਸਮੇਂ ਦਾ ਆਨੰਦ ਮਾਣ ਕੇ ਤੁਰ ਗਏ, ਕੋਈ ਲੋਕਾਂ ਦਾ ਭਲਾ ਨਾ ਕਰ ਸਕੇ, ਦੇਸ਼ ਕੌਮ ਦੀ ਸੇਵਾ ਨਾ ਕਰ ਸਕੇ, ਨਾ ਸਿਮਰਨ ਕਰ ਸਕੇ, ਉਹ ਭਾਵੇਂ ਕੋਈ ਵੀ ਸੀ, ਰੋਂਦੇ ਹੀ ਗਏ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ, ਤੇ ਜਿਹੜੇ ਭਜਨ ਸਿਮਰਨ ਨਾਲ ਧਰਮ ਨਾਲ ਜੁੜੇ ਹੁੰਦੇ ਆ, ਉਹ ਰੋਂਦੇ ਨਹੀਂ, ਉਹ ਤਾਂ ਸੰਸਾਰ ਤੋਂ ਜਾਣ ਵੇਲੇ ਵੀ ਹੱਸ ਕੇ ਕੁਰਬਾਨੀਆਂ ਕਰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਓ ਗੁਰ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਸਾਡਾ ਜਿਹੜਾ ਦੇਸ਼ ਸੀ ਨਾ ਗੁਰਮਖੋ, ਜ਼ਿਆਦਾਤਰ ਗੁਲਾਮ ਰਿਹਾ, ਕਦੇ ਕਿਸੇ ਦਾ ਕਦੇ ਕਿਸੇ ਦਾ। ਕੁਛ ਕੁ ਲੋਕ ਹੈ
ਜਿਨ੍ਹਾਂ ਦੀ ਜ਼ਮੀਰ ਜਾਗੀ ਉਹ ਗੁਲਾਮੀ ਨਹੀਂ ਚਾਹੁੰਦੇ, ਤੇ ਕਈਆਂ ਨੂੰ ਤਾਂ ਆਦਤ ਹੀ ਪੱਕ ਗਈ, ਉਹ ਹੁਣ ਵੀ ਗੁਲਾਮ ਹੀ ਬਣ ਕੇ ਰਹਿੰਦੇ, ਆਪਦਾ ਕੰਮ ਨਹੀਂ ਕਰਦੇ। ਗੁਰਮੁਖ ਆਪਦਾ ਕੰਮ ਮਿਲੇ, ਜ਼ਿੰਮੇਵਾਰੀ ਮਿਲੇ, ਉਹਨੂੰ ਨਹੀਂ ਸਾਂਭਦੇ, ਹੋਰਾਂ ਦੇ ਗੁਲਾਮ ਬਣ ਕੇ ਰਹਿਣਾ ਜਾਣਦੇ ਆ। ਇਹ ਗੁਲਾਮੀ ਦੀਆਂ ਜੰਜੀਰਾਂ ਕੱਟੋ ਪਿਆਰਿਓ। ਗੁਰੂਆਂ ਨੇ ਕੁਰਬਾਨੀਆਂ ਗੁਲਾਮੀ ਕੱਟਣ ਵਾਸਤੇ ਕੀਤੀਆਂ। ਜਿੱਥੇ ਸੋਚ ਇਹ ਹੈ ਨਾ ਵੀ ਪੜ੍ਹ ਲਿਖ ਕੇ ਸਾਨੂੰ ਨੌਕਰੀ ਮਿਲ ਜੇ ਬਸ, ਉੱਥੇ ਫਿਰ ਗੁਰਮੁਖੋ ਨੌਕਰੀ ਪੈਦਾ ਹੋਣਗੇ। ਇੱਥੋਂ ਤੱਕ ਨਾ ਸੀਮਤ ਰਿਹਾ ਕਰੋ, ਪੜ੍ਹੋ ਲਿਖੋ, ਕੋਈ ਆਪਣਾ ਕੰਮ ਧੰਦਾ ਕਰੋ ਜਿਹਦੇ ਵਿੱਚ ਆਪਣੀ ਮਰਜ਼ੀ ਨਾਲ ਚੱਲੀਏ, ਤੇ ਚੱਲੀਏ ਵੀ ਠੀਕ। ਇਹ ਵੀ ਨਹੀਂ ਵੀ ਮਰਜ਼ੀ ਚੱਲਦੀ ਹੈ ਤੇ ਗਲਤ ਕਰੀਏ ਅਸੀਂ। ਬੜੇ ਧਿਆਨ ਨਾਲ ਹੁਣ ਸੁਣਿਓ, ਜ਼ਿਆਦਾਤਰ ਦੇਸ਼ ਰਿਹਾ ਗੁਲਾਮ, ਤੇ 1753 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦੂਜਾ ਹਮਲਾ ਕੀਤਾ। ਦਿੱਲੀ ਦਾ ਮਾਲਕ ਬਣ ਗਿਆ, ਹਿੰਦੁਸਤਾਨ ਉਹਦੇ ਅਧੀਨ ਹੋ ਗਿਆ, ਤੇ ਉਹਨੇ ਫਿਰ ਆਪਣੀ ਮਰਜ਼ੀ ਦੇ ਅਹੁਦੇਦਾਰ ਲਾਏ। ਜਿਹੜਾ ਸਰਹੰਦ ਹੈ ਨਾ, ਸਰਹੰਦ ਸ਼ਹਿਰ, ਹੁਣ ਇਹਨੂੰ ਆਪਾਂ ਕਹਿੰਦੇ ਆ ਸ੍ਰੀ ਫਤਿਹਗੜ੍ਹ ਸਾਹਿਬ। ਪਹਿਲਾ ਨਾਮ ਸੀ ਸਰਹੰਦ। ਇੱਥੋਂ ਦਾ ਨਵਾਬ ਲਾਤਾ ਅਬਦੁਲ ਸਮੁੱਦ ਖਾਂ। ਤੇ ਆ ਜਿਹੜਾ ਪੰਜਾਬ ਦਾ ਏਰੀਆ ਨਾ, ਬਹੁਤ ਜਿਵੇਂ ਹਿਮਾਚਲ ਹੈ, ਹਰਿਆਣਾ ਹੈ, ਉਹ ਲਾਹੌਰ ਤੱਕ ਪਾਕਿਸਤਾਨ ਬਣਿਆ। ਪਹਿਲਾਂ ਇਹ ਸਾਰਾ ਪੰਜਾਬ ਹੁੰਦਾ ਸੀ, ਹੌਲੀ ਹੌਲੀ ਇਹਨੂੰ ਕੱਟਦੇ ਆਏ। ਉਦੋਂ ਗੁਰਮੁਖ ਪਿਆਰਿਓ, ਇਹ ਸਰਹੰਦ ਜਿਹੜਾ ਵੀ ਨਵਾਬ ਬਣਦਾ ਉਹ ਪੂਰੇ ਏਰੀਏ ਦਾ ਮਾਲਕ ਹੁੰਦਾ ਸੀ, ਤੇ ਸਰਹੰਦ ਦਾ ਨਵਾਬ ਲਾਤਾ ਅਬਦੁਲ ਸਮੁੱਦ ਖਾਂ। ਤੇ ਉਹਨੇ ਗੁਰਮੁਖ ਪਿਆਰਿਓ ਇਹ ਕੋਸ਼ਿਸ਼ ਕੀਤੀ, ਕਹਿੰਦਾ ਵੀ ਮੈਂ ਵੱਧ ਤੋਂ ਵੱਧ ਮੁਸਲਮਾਨ ਪੈਦਾ ਕਰਨੇ ਆ। ਚਲੋ ਬਣਾਵੇ, ਸਾਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ, ਮੁਸਲਮਾਨ ਵੀ ਤਾਂ ਇੱਕ ਇਨਸਾਨ ਹੈ। ਪਰ ਤਰੀਕਾ ਗਲਤ ਹੋ ਗਿਆ, ਜ਼ੁਲਮ ਕਰਦਾ ਸੀ, ਧੱਕਾ ਕਰਦਾ ਸੀ। ਤੇ ਤੁਹਾਨੂੰ ਪਤਾ ਹੈ, ਰਾਜਾ ਅਨਿਆਈ ਜਿੱਥੇ, ਪਰਜਾ ਵਿੱਚ ਅਮਨ ਕਿੱਥੇ। ਜਿੱਥੇ ਰਾਜਾ ਅਨਿਆਈ ਹੋ ਜੇ ਉੱਥੇ ਪਰਜਾ ਵਿੱਚ ਸ਼ਾਂਤੀ ਨਹੀਂ ਹੁੰਦੀ। ਗੁਰਮੁਖ ਇੱਕ ਵਾਰੀ ਅਬਦੁਲ ਸਮੁੱਦ ਖਾਂ ਨਾਲ ਉਹਦਾ ਕਾਜੀ ਸੀ ਨਿਜ਼ਾਮੂਦੀਨ। ਇਹ ਗੁਰਮੁਖ ਪਿਆਰਿਓ ਪਟਿਆਲੇ ਨੂੰ ਜਾ ਰਹੇ ਆ ਸਰਹੰਦ ਤੋਂ, ਤੇ ਪਟਿਆਲੇ ਤੋਂ 7 ਕਿਲੋਮੀਟਰ ਦੂਰ ਇੱਕ ਪਿੰਡ ਆਇਆ, ਉਹਦਾ ਨਾਮ ਸੀ ਮੁਗਲ ਮਾਜਰਾ। ਹੁਣ ਉਹਨੂੰ ਬਾਰਨ ਪਿੰਡ ਕਿਹਾ ਜਾਂਦਾ। ਅਸਲ ਵਿੱਚ ਇਹ ਹੋਇਆ ਸੀ, ਮੁਗਲ ਮਾਜਰਾ ਬਾਅਦ ਵਿੱਚ ਉੱਜੜ ਗਿਆ ਸੀ, ਥੇ ਹੋ ਗਿਆ ਸੀ। ਹੋਣਾ ਹੀ ਸੀ, ਜਿੱਥੇ ਗੁਰੂ ਦੇ ਸਿੱਖਾਂ ਤੇ ਜ਼ੁਲਮ ਹੋ ਜੇ ਉਹ ਕਿਤੇ ਵਸਦੇ ਰਹਿਣਗੇ ਗੁਰਮੁਖ, ਉਹ ਵੀ ਸੱਚੇ ਤੇ। ਭਾਵੇਂ ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਜਿਹੜਾ ਸੱਚਾ ਹੈ, ਜਿੱਥੇ ਸੱਚੇ ਤੇ ਜ਼ੁਲਮ ਹੁੰਦਾ ਹੈ ਉਹ ਨਗਰ ਵਸਦੇ ਨਹੀਂ ਹੁੰਦੇ। ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਕਿਹਾ, ਸਤਿਗੁਰ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਏ ਨਚੌਬਾਰੇ। ਜਿੱਥੇ ਤਾਂ ਨਾਮ ਜਪਿਆ ਜਾਂਦਾ ਹੈ ਉਹ ਭਾਵੇਂ ਉਜਾੜ ਬੀਆਬਾਨ ਅਸਥਿਲ ਕਹਿੰਦੇ ਟਿੱਬਾ ਹੀ ਹੋਵੇ, ਭਾਵੇਂ ਕਹਿੰਦੇ ਉਹ ਤਾਂ ਚੁਬਾਰਿਆਂ ਵਾਂਗੂ ਸੋਭਾ ਪਾਉਂਦਾ ਹੈ। ਤੇ ਦੂਜਾ ਪੱਖ ਵੀ ਸੁਣ ਲਓ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਕਹਿੰਦੇ ਜਿੱਥੇ ਕੋਈ ਰੱਬ ਦਾ ਪਿਆਰਾ ਨਾਮ ਨਹੀਂ ਜਪਦਾ, ਧਰਮ ਨਹੀਂ ਕਰਦਾ, ਉਹ ਚਾਹੇ ਘੁੱਗ ਵਸਦਾ ਨਗਰ ਹੋਵੇ, ਉਹ ਉਜਾੜ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਜੜੀ ਜਾਂਦਾ। ਤੇ ਦੇਖ ਲਓ, ਕਿਤੇ ਜਾਇਓ, ਪਟਿਆਲੇ ਜਾਂਦੇ ਹੀ ਰਹਿੰਦੇ ਹੋ, 7 ਕਿਲੋਮੀਟਰ ਪੈਂਦਾ ਬਾਰਨ ਪਿੰਡ। ਬਾਰਨ ਪਿੰਡ ਤਾਂ ਉੱਥੇ ਵਸਿਆ ਜਿੱਥੇ ਭਾਈ ਜੈ ਸਿੰਘ ਨੂੰ ਜੌੜੇ ਬੋਹਣਾ ਨਾਲ ਬੰਨ ਕੇ ਸ਼ਹੀਦ ਕੀਤਾ ਸੀ। ਅਰਦਾਸ ਚ ਕਹਿੰਦੇ ਆ ਨਾ, ਜਿਨ੍ਹਾਂ ਨੇ ਪੁੱਠੀਆਂ ਖੱਲਾਂ ਉਤਰਵਾਈਆਂ, ਉਹ ਭਾਈ ਜੈ ਸਿੰਘ ਰਵਿਦਾਸੀਆ ਸਿੱਖ ਸੀ। ਉੱਥੇ ਤਾਂ ਪਿੰਡ ਵਸ ਗਿਆ ਦੁਬਾਰੇ, ਬਾਰਨ ਪਿੰਡ। ਤੇ ਜਿਹੜਾ ਮੁਗਲ ਮਾਜਰਾ ਸੀ ਉਹ ਪਿੰਡ ਉਜੜ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਖਿਆਲ ਰੱਖਿਓ, ਮੁਗਲ ਮਾਜਰਾ ਪਿੰਡ ਜ਼ਿਆਦਾਤਰ ਉੱਥੇ ਮੁਗਲ ਵਸਦੇ ਸੀ ਗੁਰਮੁਖ। ਤੇ ਸਮਾਂ ਚੱਲਦਾ ਗਿਆ, ਕਹਿੰਦੇ ਨੇ ਅਬਦੁਲ ਸਮੁੱਦ ਖਾਂ ਲੈ ਕੇ ਆਪਣਾ ਲਾਓ ਲਸ਼ਕਰ ਜਾ ਰਿਹਾ ਸੀ। ਤੇ ਜਦੋਂ ਮੁਗਲ ਮਾਜਰੇ ਪਿੰਡ ਵਿੱਚ ਆਇਆ, ਰਾਤ ਕੱਟੀ ਉੱਥੇ, ਖਾਧਾ ਪੀਤਾ। ਤੇ ਪਿਆਰਿਓ, ਸਵੇਰੇ ਜਦ ਤੁਰਨ ਲੱਗੇ ਨਾ, ਤਾਂ ਉਦੋਂ ਕੀ ਹੋਇਆ ਹੈ,
ਜਾਣ ਵਾਸਤੇ ਪਿੰਡ ਦੇ ਵਿੱਚੋਂ ਕੁਝ ਬੰਦੇ ਲੈ ਲਏ ਵੀ ਸਮਾਨ ਚੱਕ ਕੇ ਛੱਡੇ ਆਉਣਗੇ। ਤੇ ਪਿੰਡ ਤੋਂ ਥੋੜੀ ਦੂਰ ਇੱਕ ਗੁਰੂ ਦਾ ਸਿੱਖ ਜਿਹਦਾ ਨਾਂ ਇਤਿਹਾਸ ਵਿੱਚ ਆਇਆ ਭਾਈ ਜੈ ਸਿੰਘ। ਹੁਣ ਉਹਨੂੰ ਜੈ ਸਿੰਘ ਖੱਲ ਕੱਟ ਆਖਿਆ ਜਾਂਦਾ ਹੈ ਕਿਉਂਕਿ ਉਹਦੀ ਪੁੱਠੀ ਖੱਲ ਲਾਹੀ ਸੀ ਗੁਰੂ। ਰਵਿਦਾਸੀਏ ਸਿੱਖਾਂ ਦਾ ਲੜਕਾ ਹੈ, ਵਿਆਹ ਸ਼ਾਦੀ ਹੋਇਆ ਵਾ, 2 ਬੱਚੇ ਨੇ, ਇੱਕ ਭਾਈ ਕੜਾਕਾ ਸਿੰਘ ਇੱਕ ਭਾਈ ਖੜਕ ਸਿੰਘ, ਦੋਨੋਂ ਹੀ ਵਿਆਹੇ ਹੋਏ, ਵਾਹਵਾ ਉਮਰ ਸੀ। ਇਹ ਖੇਤ ਖੂਹ ਤੇ ਬੈਠਾ ਹੈ, ਇਸ਼ਨਾਨ ਕਰਕੇ ਪਾਠ ਕਰੀ ਜਾਂਦਾ ਗੁਰੂ। ਨਿਤਨੇਮ ਕੀਤਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਂਦਾ ਭਾਈ ਜੈ ਸਿੰਘ। ਤੇ ਉਧਰੋਂ ਇਹਦੇ ਬੰਦੇ ਆਏ, ਕਹਿੰਦੇ ਵੀ ਆਹ ਬੰਦਾ ਬੈਠਾ ਹੈ, ਇਹਨੂੰ ਨਾਲ ਲੈ ਲਓ, ਆਪਣਾ ਸਮਾਨ ਚੱਕ ਲੂਗਾ। ਤੇ ਉਹਨਾਂ ਨੇ ਕੀ ਕੀਤਾ, ਭਾਈ ਜੈ ਸਿੰਘ ਨੂੰ ਆਵਾਜ਼ ਦੇਤੀ, ਕਹਿੰਦੇ ਇੱਧਰ ਆ ਬਈ ਓਏ, ਤੁਹਾਨੂੰ ਪਤਾ ਹੀ ਹੈ ਹੁਣ ਜਿਹੜੇ ਰਾਜੇ ਮਹਾਰਾਜਿਆਂ ਦੇ ਮੂਹਰੇ ਹੁੰਦੇ ਆ ਸਿਪਾਹੀ, ਕੋਈ ਹੁੰਦਾ ਜਿਹੜਾ ਬੰਦਾ ਸਮਝ ਕੇ ਸਭ ਦਾ ਸਤਿਕਾਰ ਕਰੇ। ਰੋਹ ਮਾਰਿਆ ਪੂਰਾ, ਇੱਧਰ ਆ। ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੇਰਾ ਨਾਂ ਹੈ ਜੀ ਜੈ ਸਿੰਘ। ਹੁਣ ਜ਼ਿਆਦਾਤਰ ਮੁਗਲ ਮਾਜਰੇ ਪਿੰਡ 'ਚ ਮੁਸਲਮਾਨ ਸੀ, ਕੁਛ ਕੁ ਘਰ ਹਿੰਦੂਆਂ ਦੇ ਤੇ 1-2 ਘਰ ਹੀ ਸੀ ਸਿੱਖਾਂ ਦੇ, ਤਾਂ ਕਿਉਂਕਿ ਉਦੋਂ ਤਾਂ ਸਿੱਖੀ ਦਾ ਕੋਈ ਬਹੁਤਾ ਬੋਲਬਾਲਾ ਵੀ ਨਹੀਂ ਸੀ ਤੇ ਬਾਕੀ ਹਾਲਾਤ ਇਹ ਜੇ ਸੀ, ਸਿੱਖਾਂ ਨੂੰ ਤਾਂ ਖਤਮ ਕਰਨਾ ਚਾਹੁੰਦੇ ਸੀ। ਹੁਣ ਕਿਹੜਾ ਘੱਟ ਹੈ ਗੁਰਮੁਖੋ, ਢੰਗ ਤਰੀਕੇ ਦੇ ਨਾਲ ਨਾ, ਮੈਨੂੰ ਮਾਫ ਕਰਿਓ, ਆ ਕੁਛ ਕੁ ਸਾਲਾਂ ਦਾ ਜਦੋਂ ਦੇਖੀਦਾ ਨਾ ਇਤਿਹਾਸ, ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਸ਼ਹੀਦ ਹੋ ਰਹੇ ਆ ਕਿਉਂਕਿ ਨੀਤੀ ਵੀ ਚੱਲ ਰਹੀ ਹੈ ਸਾਨੂੰ ਮਾਰਨ ਵਾਸਤੇ। ਉੱਚੇ ਅਹੁਦਿਆਂ ਤੇ ਕਹਿੰਦੇ ਜਾਣ ਨਹੀਂ ਦੇਣਾ, ਜਿੱਥੇ ਕਿਤੇ ਲੜਾਈ ਹੁੰਦੀ ਹੈ, ਮਰਨ ਦਾ ਕੰਮ ਹੁੰਦਾ, ਉੱਥੇ ਸਿੱਖਾਂ ਨੂੰ ਮੂਹਰੇ ਕਰ ਦਿੰਦੇ ਆ। ਤੇ ਤੁਹਾਨੂੰ ਬੇਨਤੀ ਆ, ਕੁਛ ਇਹਨਾਂ ਦੀਆਂ ਚਾਲਾਂ ਨੂੰ ਸਮਝ ਕੇ ਚੱਲਿਆ ਕਰੋ, ਬੜਾ ਕੁਛ ਹੁੰਦਾ ਹੈ। ਹੁਣ ਭਾਈ ਜੈ ਸਿੰਘ ਨੂੰ ਉਠਾਇਆ ਤੇ ਸਿੱਖਾਂ ਦੇ ਘਰ 1-2 ਹੀ ਸੀ ਕਿਉਂਕਿ ਹਾਲਾਤ ਇਹ ਜੇ ਸੀ, ਜੇ ਕੋਈ ਬੱਚਾ ਅੰਮ੍ਰਿਤ ਛਕੇ ਆਉਂਦਾ ਨਾ, ਉਹਦੇ ਮਾਂ ਪਿਓ ਡਰਦੇ ਹੁੰਦੇ, ਕਹਿੰਦੇ ਹੁੰਦੇ ਸੀ ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਦੁਨੀਆ ਕਹਿੰਦੀ ਹੁੰਦੀ ਵੀ ਹੁਣ ਤਾਂ ਸਿੱਖ ਮਰਨਾ ਮੌਤ ਨੂੰ ਜੱਫਾ ਪਾਉਣ ਵਾਲੀ ਗੱਲ ਹੈ ਕਿਉਂਕਿ ਸਾਰੇ ਹੀ ਵਿਰੋਧੀ ਹੁੰਦੇ ਸੀ। ਹੁਣ ਵੀ ਕਿਉਂ ਨਾ ਉੱਚਾ ਉੱਠਿਆ, ਕਿਸੇ ਨੂੰ ਕੌਣ ਜਰਦਾ ਗੁਰਮੁਖੋ। ਕੋਈ ਹੋਊ ਜਿਹੜਾ ਗਵਾਂਢੀ ਦਾ ਮਾਣ ਤਾਨ ਵਾਧਾ ਦੇਖ ਕੇ ਖੁਸ਼ ਹੋਵੇ ਵੀ ਚੱਲ ਸ਼ੁਕਰ ਹੈ ਤੇ ਕਿਰਪਾ ਹੋਈ। ਤੇ ਜ਼ਿਆਦਾਤਰ ਤਾਂ ਗੁਰਮੁਖ ਪਿਆਰਿਓ ਆਪਣੇ ਦੁੱਖ 'ਚ ਅਸੀਂ ਉਹਨਾਂ ਦੁਖੀ ਨਹੀਂ ਹੁੰਦੇ ਜਿੰਨਾ ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਦੁਖੀ ਹੁੰਦੇ ਆ। ਇਹ ਆਮ ਗੱਲਾਂ ਨੇ, ਹੁੰਦਾ ਸੰਸਾਰ ਵਿੱਚ। ਹੁਣ ਇੱਥੇ 1-2 ਘਰ ਸਿੱਖਾਂ ਦੇ ਸੀ। ਭਾਈ ਜੈ ਸਿੰਘ ਨੂੰ ਜਦੋਂ ਬੁਲਾਇਆ ਕਹਿੰਦੇ ਵੀ ਇੱਧਰ ਆ। ਉੱਠ ਖੜੇ ਭਾਈ ਜੈ ਸਿੰਘ। ਕਾਜੀ ਨਿਜ਼ਾਮੂਦੀਨ ਕਹਿੰਦਾ ਵੀ ਐਂ ਕਰ, ਨਵਾਬ ਸਾਹਿਬ ਨੇ ਜਾਣਾ ਪਟਿਆਲੇ, ਆ ਸਾਡੇ ਸਮਾਨ ਵਾਲੀ ਪੰਡ ਚੱਕ ਕੇ ਛੱਡ ਕੇ ਆ ਉੱਥੋਂ ਤੱਕ। ਭਾਈ ਜੈ ਸਿੰਘ ਕਹਿੰਦੇ ਛੱਡਿਓ ਨਾ। ਆ ਗਏ ਨੇੜੇ, ਜਦੋਂ ਲੱਗੇ ਪੰਡ ਚੱਕਣ ਥੋੜੀ ਜੀ ਨਿਗਾਹ ਪਈ, ਬੰਨਿਆ ਹੋਇਆ ਸਮਾਨ ਕੁਛ ਉਲਟ ਪੁਲਟ ਦਿਸਿਆ। ਕਹਿੰਦੇ ਵੀ ਐਂ ਦੱਸੋ ਇਹ 'ਚ ਹੈ ਕੀ ਹੈ?
ਕਾਜੂ ਨਿਜ਼ਾਮੀ ਦੀਨ ਕਹਿੰਦਾ ਚੱਕ ਲਾ ਨਵਾਬ ਦਾ ਹੁੱਕਾ ਇਹਦੇ ਵਿੱਚ, ਤੈਨੂੰ ਬਾਦਸ਼ਾਹ ਨਾਮ ਦੇਊਗਾ, ਕਿਉਂਕਿ ਉਹਦੀ ਖਾਣ ਵਾਲੀ ਚੀਜ਼ ਸੀ। ਤੰਬਾਕੂ ਇਹਦੇ ਵਿੱਚ ਚੱਕ। ਤੇ ਭਾਈ ਜੈ ਸਿੰਘ ਨੇ ਆਏ ਹੱਥ ਪਾਏ ਪੁਆਏ ਥਾਂ ਹੀ ਛੱਡਤੇ। ਕਹਿੰਦਾ ਤੰਬਾਕੂ ਇਹ ਮੈਂ ਨਹੀਂ ਚੱਕਣਾ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਸਾਨੂੰ ਤਾਂ ਮਹਾਰਾਜ ਕਹਿੰਦੇ ਜਗਤ ਝੂਠ ਤੰਬਾਕੂ ਨਾ ਸੇਵ। ਇਹ ਜਿਹੜਾ ਤੰਬਾਕੂ ਹੈ ਨਾ, ਜਰਦਾ ਬੀੜੀਆਂ ਤੁਸੀਂ ਖਾਣੇ ਪੀਣੇ ਹੋ ਬਥੇਰੇ ਇੱਥੇ ਹੁਣ ਵੀ ਹੈਗੇ ਹੋਣਗੇ, ਇਹਨੂੰ ਜਗਤ ਦੀ ਝੂਠ ਦੱਸਿਆ ਗੁਰੂ। ਇੱਕ ਇੱਥੇ ਹੋਰ ਬੇਨਤੀ ਕਰਾਂ, ਤੰਬਾਕੂ ਜਦੋਂ ਪੈਦਾ ਹੋਇਆ ਸੀ ਨਾ, ਜਮਦਗਨੀ ਰਿਖੀ ਤੇ ਸਹੰਸਰ ਬਾਹੂ ਉਹਨਾਂ ਦਾ ਯੁੱਧ ਹੋਇਆ ਸੀ। ਭਗਵਾਨ ਪਰਸ਼ੂਰਾਮ ਜੀ ਹੋਏ, ਉਹਨਾਂ ਦਾ ਪਿਤਾ ਸੀ ਜਮਦਗਨੀ ਰਿਖੀ। ਜਦੋਂ ਕਿਤੇ ਜਾਓ ਪੌਂਟਾ ਸਾਹਿਬ, ਉਦੋਂ ਅੱਗੇ ਬਹੁਤ ਉੱਚੀ ਪਹਾੜਾਂ ਤੇ ਜਗ੍ਹਾ ਬਣੀ ਹੋਈ ਹੈ ਮਾਈ ਰੇਣਕਾ ਦੀ ਗੁਰੂ। ਇੰਨਾ ਡੂੰਘਾ ਅਥਾਹ ਪਾਣੀ ਹੈ, ਹਜੇ ਤੱਕ ਵੀ ਵਿਗਿਆਨੀ ਖੋਜ ਕਰੀ ਜਾਂਦੇ ਆ, ਉਹਦੀ ਡੂੰਘਾਈ ਦਾ ਪਤਾ ਨਹੀਂ ਲੱਗ ਸਕਿਆ। ਆ ਪਿੱਛੇ ਜੇ ਸਾਡੇ ਉਧਰ ਪ੍ਰੋਗਰਾਮ ਸੀ, ਨਿਹਾਲਗੜ੍ਹ ਪਿੰਡ ਪੈਂਦਾ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ। ਉੱਥੇ ਮਾਸਟਰ ਮਨਜੀਤ ਸਿੰਘ ਜੀ ਬਹੁਤ ਭਲੇ ਪੁਰਸ਼ ਨੇ, ਉਹਨਾਂ ਦੇ ਘਰੋਂ ਬੀਬਾ ਜੀ ਬਜ਼ੁਰਗ ਉਹਨਾਂ ਦੇ ਬੜੀ ਸੇਵਾ ਵੀ ਕਰਦੇ ਆ। ਜਦੋਂ ਜਾਂਦੇ ਆ ਸਾਨੂੰ ਕਹਿੰਦੇ ਆਓ ਜੀ ਆਪਣੇ ਕੋਲੇ ਦਿਨ ਹੈਗਾ ਤੇ ਤੁਹਾਨੂੰ ਦਿਖਾ ਕੇ ਲਿਆਈਏ। ਫਿਰ ਉਹ ਲੈ ਕੇ ਗਏ ਪੌਂਟਾ ਸਾਹਿਬ ਤੋਂ ਬਹੁਤ ਅੱਗੇ ਜਾ ਕੇ ਰੇਣਕਾ ਮਾਈ ਦੀ ਜਗ੍ਹਾ ਬਣੀ ਹੋਈ ਹੈ, ਉਹਦੇ ਨਾਲ ਸੰਬੰਧ ਹੈ ਇਹਦਾ ਗੁਰਮੁਖ। ਸਹੰਸਰ ਬਾਹੂ ਨੇ ਜਮਦਗਨੀ ਰਿਖੀ ਨੂੰ ਮਾਰਿਆ ਸੀ ਤਾਨਾ ਵੀ ਮੰਗ ਖਾਣਾ, ਤੇ ਉਹਨੇ ਫਿਰ ਭੰਡਾਰਾ ਕੀਤਾ ਸੀ। ਕਾਮਧੇਨ ਗਊ ਮੰਗਾ ਲਈ। ਸਹੰਸਰ ਬਾਹੂ ਫੌਜਾਂ ਸਮੇਤ ਆਇਆ, ਫਿਰ ਜੋ ਮੰਗਿਆ ਉਹ ਖਵਾਇਆ ਖਾਣਾ ਗੁਰਮੁਖ। ਤੇ ਸਰਹੰਸਰ ਬਾਹੂ ਰਾਜਾ ਸੀ, ਮਨ ਚ ਖੋਟ ਆ ਗਈ, ਕਹਿੰਦਾ ਮੈਂ ਤਾਂ ਮਾਲਕ ਹਾਂ ਸਭ ਕੁਝ ਦਾ, ਇਹ ਇੱਕ ਫਕੀਰ, ਇਹਦੇ ਕੋਲੇ ਇਹੋ ਜਿਹੇ ਪਦਾਰਥ ਕਿੱਥੋਂ ਆ ਗਏ। ਜਦੋਂ ਦੇਖਿਆ ਕਾਮਧੇਨ ਗਊ, ਕਹਿੰਦਾ ਇਹ ਮੈਨੂੰ ਦੇ ਦਿਓ। ਜਮਦਗਨੀ ਰਿਖੀ ਕਹਿੰਦੇ ਫਕੀਰਾਂ ਦੀਆਂ ਚੀਜ਼ਾਂ ਹੁੰਦੀਆਂ। ਉਹ ਧੱਕੇ ਨਾਲ ਖੋਣ ਲੱਗਾ, ਯੁੱਧ ਸ਼ੁਰੂ ਹੋ ਗਿਆ। ਤੇ ਉਸ ਕਾਮਧੇਨ ਗਊ ਦੇ ਖੁਰਾਂ ਦੇ ਵਿੱਚ, ਪੈਰਾਂ ਦੇ ਵਿੱਚ ਨਾ ਉਹਨੇ ਤੀਰ ਮਾਰੇ, ਤੀਰ ਸਹੰਸਰ ਬਾਹੂ ਨੇ। ਤੇ ਉਦੋਂ ਜਿਹੜਾ ਖੂਨ ਨਿਕਲਿਆ ਧਰਤੀ ਤੇ ਡਿੱਗਿਆ, ਉਹ ਫਿਰ ਗਊ ਨੇ ਆਵਾਜ਼ ਦਿੱਤੀ ਸੀ, ਕਹਿੰਦੀ ਤੈਂ ਮੇਰੇ ਖੁਰਾਂ 'ਚ ਪੈਰਾਂ 'ਚ ਤੀਰ ਤਾਂ ਮਾਰਤੇ, ਆ ਜਿਹੜਾ ਖੂਨ ਡੁੱਲਿਆ ਇੱਥੇ ਇਹੋ ਜੀ ਬੂਟੀ ਪੈਦਾ ਹੋਊ ਜਿਹੜਾ ਖਾਊਗਾ ਉਹਦੀਆਂ ਕੁਲਾਂ ਨਰਕਾਂ ਨੂੰ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਰਜ਼ੀ ਤੁਹਾਡੀ ਹੈ, ਤੁਸੀਂ ਖਾਣਾ ਹੈ ਜਾਂ ਨਹੀਂ ਖਾਣਾ, ਦੱਸਣਾ ਸਾਡਾ ਫਰਜ਼ ਹੈ। ਕਦੇ ਪੜ੍ਹ ਕੇ ਦੇਖੋ ਕਿੱਥੋਂ ਪੈਦਾ ਹੋਇਆ ਤੰਬਾਕੂ। ਕਹਿੰਦੀ ਜਿਹੜਾ ਖਾਊ ਉਹਦੀਆਂ ਕੁਲਾਂ ਨਰਕਾਂ ਨੂੰ ਜਾਣਗੀਆਂ। ਉਦੋਂ ਤੰਬਾਕੂ ਪੈਦਾ ਹੋਇਆ ਸੀ, ਹੌਲੀ ਹੌਲੀ ਵੱਧ ਗਿਆ ਗੁਰਮੁਖ। ਹੁਣ ਤੁਹਾਨੂੰ ਪਤਾ ਹੈ ਕਿੰਨਾ ਕੁਛ ਹੋਈ ਜਾਂਦਾ ਸੰਸਾਰ ਵਿੱਚ। ਬਚ ਜੋ ਜੇ ਤੋਂ ਬਚਿਆ ਜਾਂਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਰੇ ਨਸ਼ਿਆਂ ਦੀ ਮਨਾਹੀ ਕੀਤੀ ਹੋਈ ਹੈ ਪਿਆਰਿਓ। ਹਾਂ, ਜੇ ਹੁਣ ਕਬੀਰ ਸਾਹਿਬ ਵਾਲੀ ਗੱਲ ਕਰੋਗੇ ਤੁਹਾਡੀ ਮਰਜ਼ੀ। ਉਹ ਕਹਿੰਦੇ ਨੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਕਹਿੰਦੇ ਮਨ ਸਾਰੀਆਂ ਗੱਲਾਂ ਜਾਣਦਾ ਹੈ, ਪਰ ਜਾਣ ਬੁੱਝ ਕੇ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹੈ। ਕਹਿੰਦੇ ਇਹ ਕਾਹਦੀ ਸਿਆਣਪ ਹੈ, ਜੇ ਹੱਥ ਵਿੱਚ ਦੀਵਾ ਹੈ, ਪਤਾ ਲੱਗ ਜੇ ਮੂਹਰੇ ਖੂਹ ਹੈ, ਫੇਰ ਵੀ ਤੂੰ ਵਿੱਚ ਡਿੱਗੇ ਜਾ ਕੇ, ਕੋਈ ਸਿਆਣਾ ਨਹੀਂ ਮੰਨਿਆ। ਤਾਂ ਹੀ ਕਿਹਾ ਭਾਈ ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ। ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ। ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ। ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ। ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ। ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ।
ਮਨ ਔਗਣ ਕਰਦਾ ਜੀ ਜਾਣ ਜਾਣ ਕੇ ਔਗਣ ਕਰਦਾ ਜੀ ਜਾਣ ਜਾਣ ਕੇ ਮਨ ਔਗਣ ਕਰਦਾ ਜੀ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਇਹ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜੀ ਇਹ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਸਭ ਕੁਝ ਪਤਾ ਹੁੰਦਿਆਂ ਵੀ ਗਲਤੀ ਕਰਿਓ ਫਿਰ ਗੁਰਮੁਖੋ ਮੁਸ਼ਕਲ ਹੁੰਦਾ ਭਲਾ ਹੋਣਾ। ਹੁਣ ਖਿਆਲ ਕਰਨਾ ਬਚੋ ਤੰਬਾਕੂ ਤੋਂ ਤੇ ਹੋਰ ਨਸ਼ਿਆਂ ਤੋਂ ਵੀ। ਸਾਧ ਸੰਗਤ ਜੀ ਭਾਈ ਜੈ ਸਿੰਘ ਨੂੰ ਕਹਿੰਦੇ ਚੱਕ ਪੰਡ ਛੱਡ ਕੇ ਆ ਤੇ ਜੈ ਸਿੰਘ ਜੀ ਕਹਿੰਦੇ ਇਹਦੇ ਵਿੱਚ ਹੈ ਤੰਬਾਕੂ। ਸਾਨੂੰ ਤਾਂ ਮਹਾਰਾਜ ਨੇ ਹੱਥ ਲਾਉਣ ਤੋਂ ਵੀ ਮਨਾ ਕੀਤਾ ਹੈ ਤੇ ਤੁਸੀਂ ਕਹਿੰਦੇ ਹੋ ਵੀ ਇਹ ਪੰਡ ਚੱਕਾ। ਮੈਂ ਬਾਣੀ 'ਚ ਵੀ ਲਿਖਿਆ ਸ਼ਬਦ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਕਹਿੰਦੇ ਜਿਹੜੇ ਪਾਨ ਸੁਪਾਰੀ ਖਾਂਦੇ ਐ ਮੂੰਹ ਦੇ ਵਿੱਚ ਬੀੜੀਆਂ ਜਰਦਾ ਲਈ ਫਿਰਦੇ ਐ ਪਰਮਾਤਮਾ ਦਾ ਨਾਮ ਨਹੀਂ ਜਪਦੇ ਕਹਿੰਦੇ ਉਹ ਜਮਾਂ ਦੇ ਵਸ ਪੈਂਦੇ। ਹਾਂ ਜੇ ਪਹਿਲਾਂ ਗਲਤੀ ਹੋ ਗਈ ਤਾਂ ਨਮੋਸ਼ੀ ਨਾ ਮੰਨਿਓ। ਸੁਣੋ ਭਾਈ ਦਾਨ ਸਿੰਘ ਹੋਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ। ਉਹ ਤੰਬਾਕੂ ਖਾਂਦੇ ਹੁੰਦੇ ਕੇਸ ਵੀ ਕੱਟੇ ਹੁੰਦੇ ਸੀ ਪਰ ਜਿੱਦੇ ਤੋਂ ਗੁਰੂ ਦੀ ਸੰਗਤ ਹੋ ਗਈ ਪਤਾ ਲੱਗ ਗਿਆ ਉਹਦੇ ਫਿਰ ਮੰਗਿਆ ਵੀ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਮਹਾਰਾਜ ਕਹਿੰਦੇ ਤੰਬਾਕੂ ਛੱਡਣਾ ਪੈਣਾ। ਕਹਿੰਦਾ ਜੀ ਮੈਨੂੰ ਸਾਹ ਹੋ ਜਾਂਦਾ। ਪਾਤਸ਼ਾਹ ਕਹਿੰਦੇ ਤੂੰ ਤੰਬਾਕੂ ਛੱਡ ਦੇ ਸਾਹ ਦਾ ਰੋਗ ਤੈਨੂੰ ਛੱਡ ਜੂਗਾ। ਉਹਨੂੰ ਅੰਮ੍ਰਿਤ ਛਕਾਇਆ ਤੇ ਤੁਹਾਨੂੰ ਪਤਾ ਆਪਣੇ ਮਾਲਵੇ ਦੇ ਵਿੱਚ ਜੇ ਸਿੱਖੀ ਦੀ ਦਾਤ ਬਖਸ਼ੀ ਤਾਂ ਇਹ ਇਤਿਹਾਸ ਪੜ੍ਹ ਕੇ ਵੇਖੋ ਭਾਈ ਦਾਨ ਸਿੰਘ ਕਰਕੇ ਸਿੱਖੀ ਰਹੀ ਹੈ। ਆਖੋ ਸਤਨਾਮ ਵਾਹਿਗੁਰੂ। ਨਹੀਂ ਤਾਂ ਸਿੱਖੀ ਚਲੀ ਜਾਣੀ ਸੀ ਮਾਲਵੇ ਦੀ ਗੁਰੂ। ਉਹਦੇ ਕਰਕੇ ਉਹਨੇ ਮੰਗਿਆ ਸੀ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ। ਹੁਣ ਸੁਣੋ ਪਿਆਰਿਓ ਭਾਈ ਜੈ ਸਿੰਘ ਕਹਿੰਦੇ ਮੈਂ ਪੰਡ ਸਿਰ ਤੇ ਨਹੀਂ ਚੱਕ ਸਕਦਾ ਕਿਉਂਕਿ ਸਿਰ ਵਿੱਚ ਪਏ ਨੇ 5 ਚੂਲੇ ਅੰਮ੍ਰਿਤ ਦੇ ਤੇ ਮੈਂ ਤੰਬਾਕੂ ਦੀ ਪੰਡ ਸਿਰ ਤੇ ਨਹੀਂ ਚੱਕ ਸਕਦਾ। ਜਵਾਬ ਦੇਤਾ ਤੇ ਨਿਜ਼ਾਮੂਦੀਨ ਕਾਜੀ ਕਹਿੰਦਾ ਗੱਲ ਸੁਣ ਮੇਰੀ ਤੈਨੂੰ ਮੈਂ ਬਾਦਸ਼ਾਹ ਤੋਂ ਇਨਾਮ ਦਵਾ ਦੂੰ ਜੇ ਤੂੰ ਅੱਜ ਨਵਾਬ ਸਾਹਿਬ ਦਾ ਕਿਹਾ ਨਾ ਮੰਨਿਆ ਫਿਰ ਇਹ ਨਹੀਂ ਪਤਾ ਤੈਨੂੰ ਕਿੰਨੀ ਕੁ ਵੱਡੀ ਸਜ਼ਾ ਮਿਲੇ। ਡਰਾਇਆ ਤੇ ਪਿਆਰਿਓ ਜੈ ਸਿੰਘ ਕਹਿੰਦੇ ਜੋ ਮਰਜ਼ੀ ਹੋ ਜੇ ਮੈਂ ਇਹ ਪੰਡ ਸਿਰ ਤੇ ਨਹੀਂ ਚੱਕਣੀ। ਤੇ ਇੱਕ ਗੱਲ ਹੋਰ ਜ਼ਿਆਦਾਤਰ ਜਿਹੜੇ ਫਤਵੇ ਲਾਏ ਨਾ ਅਸੀਂ ਕਿਸੇ ਦੇ ਮਜ਼ਹਬ ਦੇ ਜਾਂ ਧਰਮ ਦੇ ਵਿਰੋਧੀ ਤਾਂ ਨਹੀਂ ਹੈਗੇ ਪਰ ਸਚਾਈ ਹੈ ਉਹ ਧਾਰਮਿਕ ਪੁਰਸ਼ਾਂ ਨਹੀਂ ਲਾਏ। ਆਖੋ ਸਤਨਾਮ ਵਾਹਿਗੁਰੂ। ਆਪਣੇ ਗੁਰੂ ਸਾਹਿਬਾਨ ਸੰਤ ਭਗਤੀ ਇਹ ਜਿਹੇ ਆ ਜਿਹੜੇ ਬੁਰਿਆਂ ਦਾ ਵੀ ਭਲਾ ਕਰ ਗਏ। ਭਾਵੇਂ ਕਿ ਕਾਸ਼ੀ ਦੇ ਬ੍ਰਾਹਮਣ ਰਵਿਦਾਸ ਮਹਾਰਾਜ ਜੀ ਦਾ ਕਬੀਰ ਜੀ ਮਹਾਰਾਜ ਦਾ ਵਿਰੋਧ ਕਰਦੇ ਰਹੇ ਪਰ ਇਹਨਾਂ ਨੇ ਕਿਸੇ ਨੂੰ ਮੰਦਾ ਬਚਨ ਕਿਹਾ ਹੀ ਨਹੀਂ। ਗੁਰੂ ਪਤਾ ਹੈ ਨਾ ਤੁਹਾਡੇ ਸਾਹਮਣੇ ਪੜ੍ਹ ਲਓ ਇਤਿਹਾਸ ਕੋਈ ਮੇਰੇ ਕਹਿਣ ਤੇ ਥੋੜੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਔਰੰਗਜ਼ੇਬ ਨੇ ਵਿਰੋਧ ਕੀਤਾ ਚੜ ਚੜ ਕੇ ਫੌਜਾਂ ਲਿਆਇਆ ਹੈ ਪਰ ਗੁਰੂ ਗੋਬਿੰਦ ਸਿੰਘ ਨੇ ਇੱਕ ਵੀ ਯੁੱਧ ਇਹ ਜਾਨੀ ਆਪ ਚੜ੍ਹਾਈ ਕਰਤੀ ਹੋਵੇ। ਹਾਲਾਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰ ਦੇ ਸਿਰ ਤੇ ਤਖਤ ਦਾ ਤਾਜ ਆਪ ਧਰ ਕੇ ਆਏ। ਇਹੇ ਜੇ ਗੁਰੂ ਨੇ ਸਾਡੇ ਤਾਂ ਅੱਜ ਦੁਨੀਆ ਪੂਜਦੀ ਹੈ। ਸਿੱਖਿਆ ਵੀ ਲੈ ਲਓ ਮਨ 'ਚ ਕਿਸੇ ਦਾ ਖੋਟ ਨਾ ਰੱਖਿਆ ਕਰੋ। ਗੁਰੂਆਂ ਸਾਹਿਬਾਨਾਂ ਦਾ ਜੀਵਨ ਸੀ ਨਾ ਜਿਹੜਾ ਉਹਨਾਂ ਦੀ ਸਿੱਖਿਆ ਜੇ ਸਾਡੇ ਵਿੱਚ ਹੈ ਤਾਂ ਅਸੀਂ ਸਿੱਖਾਂ। ਹਾਂ ਜੇ ਕੋਈ ਬੁਰਾ ਕਰਦਾ ਹੈ ਠੀਕ ਹੈ ਸਮਝਾਓ ਪਰ ਇਹ ਨਹੀਂ ਵੀ ਆਪਾਂ ਵੀ ਉਹਦਾ ਫਿਰ ਬਾਅਦ ਹੀ ਪੈਣਾ ਬੁਰਾ ਹੀ ਸੋਚਣਾ ਇਦਾਂ ਦਾ ਨਹੀਂ। ਹਾਂ ਕੁਛ ਉਹ ਸੀ ਤਾਂ ਹੀ ਖਤਮ ਹੋ ਗਏ। ਜਿਹੜੇ ਕਾਜੀ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਫਤਵਾ ਲਾਇਆ ਕਿਹਨੇ ਲਾਇਆ? ਕਾਜੀ ਨੇ। ਗੁਰੂ ਕਹਿੰਦਾ ਇਹਨਾਂ ਨੂੰ ਆਹ ਸਜ਼ਾ ਦਿਓ ਨੀਹਾਂ ਚਿਣੋ। ਇੱਥੇ ਵੀ ਕਾਜੀ ਨਿਜ਼ਾਮੂਦੀਨ ਕਹਿੰਦਾ ਗੱਲ ਸੁਣ ਮੇਰੀ ਦਾਚਾ ਛੱਡਿਆ ਪੰਡ ਚੱਕ ਕੇ ਨਹੀਂ ਤਾਂ ਫਿਰ ਤੈਨੂੰ ਅਸੀਂ
ਸਜ਼ਾ ਦੇਾਂਗੇ। ਭਾਈ ਜੈ ਸਿੰਘ ਜੀ ਕਹਿੰਦੇ ਜੋ ਕਰਨਾ ਕਰ ਲੋ, ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਮੈਂ ਤੰਬਾਕੂ ਨੂੰ ਹੱਥ ਨਹੀਂ ਲਾਉਂਦਾ, ਤੁਸੀਂ ਸਿਰ ਤੇ ਚੱਕਣ ਦੀ ਗੱਲ ਕਰਦੇ ਹੋ। ਰੌਲਾ ਪੈ ਗਿਆ। ਇੰਨੇ ਨੂੰ ਅਬਦੁਲ ਸਮੁੱਦ ਖਾਂ ਨੇੜੇ ਹੋ ਗਿਆ, ਕਹਿੰਦਾ ਵੀ ਤੁਸੀਂ ਪੰਡਤ ਦੀ ਤਾਂ ਗੱਲ ਛੱਡੋ, ਇਹਨੂੰ ਇਹ ਕਹੋ ਵੀ ਹੁਣੇ ਇਸਲਾਮ 'ਚ ਹੀ ਆ ਜੇ ਬਸ। ਤੇ ਭਾਈ ਜੈ ਸਿੰਘ ਕਹਿੰਦੇ ਇਹ ਨਹੀਂ ਹੋ ਸਕਦਾ। ਅਸੀਂ ਤਾਂ ਜਿੱਦੇ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਮਾਲਕਾ ਮਰਨੀ ਮਰ ਜਾਵਾਂਗੇ, ਦੁਆਰਾ ਨਹੀਂ ਛੱਡਣਾ ਤੇਰਾ, 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 ਮਰਨੀ ਮਰ ਜਾਵਾਂਗੇ, 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 ਦੁਆਰਾ ਨਹੀਂ ਛੱਡਣਾ ਤੇਰਾ। ਇੱਥੇ ਪਿਆਰਿਓ ਭਾਈ ਜੈ ਸਿੰਘ ਨੇ ਜਦੋਂ ਜਵਾਬ ਦੇਤਾ ਨਾ, ਫਿਰ ਇਹਨੂੰ ਫੜ ਲਿਆ ਗਿਆ। ਕਹਿੰਦੇ ਦੋ ਹੀ ਗੱਲਾਂ ਐ, ਜਾਂ ਤਾਂ ਇਸਲਾਮ ਕਬੂਲ ਕਰ ਲਾ, ਸਾਡੇ ਵਰਗਾ ਹੀ ਬਣ ਜਾ, ਤੇ ਨਹੀਂ ਤਾਂ ਅਸੀਂ ਤੈਨੂੰ ਜਿਉਂਦਾ ਨਹੀਂ ਛੱਡਣਾ। ਭਾਈ ਜੈ ਸਿੰਘ ਕਹਿੰਦੇ ਨਾ ਤਾਂ ਚੱਕਾਂ ਪੰਡ, ਨਾ ਇਸਲਾਮ ਕਬੂਲ ਕਰਾਂ, ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਮੁਸਲਮਾਨ ਹੋ ਕੇ ਕਿਹੜਾ ਮੌਤ ਨਹੀਂ ਆਉਣੀ। ਹੁਣ ਗੁਰੂ ਦੇ ਬਣੇ ਆ ਤੇ ਬਣ ਕੇ ਰਵਾਂਗੇ। ਦੇਖੋ ਤੁਹਾਨੂੰ ਵੀ ਬੇਨਤੀ ਹੈ, ਜਾਂ ਤਾਂ ਬਣੋ ਨਾ ਕਿਸੇ ਦੇ ਗੁਰਮੁਖੋ, ਜੇ ਬਣੇ ਹੋ ਫਿਰ ਦੁੱਖ ਸੁੱਖ ਤਾਂ ਆਉਂਦੇ ਹੀ ਹੁੰਦੇ ਆ, ਬਣ ਕੇ ਰਿਹਾ ਕਰੋ। ਹਾਂ, ਬਣਨ ਤੋਂ ਪਹਿਲਾਂ ਸੋਚ ਲਓ ਵੀ ਜਿਹਦੇ ਮੰਗਰ ਲੱਗੇ ਆ ਕਿ ਇਹ ਠੀਕ ਹੈਗਾ ਜਾਂ ਨਹੀਂ ਹੈਗਾ। ਇਹ ਸੋਚਣਾ ਜ਼ਰੂਰ ਚਾਹੀਦਾ। ਅਬਦੁਲ ਸਮੁੱਦ ਖਾਂ ਨੇ ਸਜ਼ਾ ਸੁਣਾਤੀ, ਕਹਿੰਦਾ ਇਹਨੂੰ ਗ੍ਰਿਫਤਾਰ ਕਰੋ। ਗ੍ਰਿਫਤਾਰ ਕਰ ਲਿਆ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾਤੀਆਂ। ਕਹਿੰਦਾ ਇਹਦੇ ਪਰਿਵਾਰ ਨੂੰ ਵੀ ਲਿਆਓ ਸੱਦ ਕੇ। ਫਿਰ ਇੱਕ ਤਾਂ ਇਹਦੇ ਘਰ ਵਾਲੀ ਸੀ ਮਾਤਾ ਧੰਨ ਕੌਰ ਜੀ, ਭਾਈ ਜੈ ਸਿੰਘ ਦੀ ਪਤਨੀ ਦਾ ਨਾਂ ਹੈ ਮਾਤਾ ਧੰਨ ਕੌਰ, ਤੇ ਦੋ ਇਹਦੇ ਪੁੱਤਰ ਭਾਈ ਕੜਾਕਾ ਸਿੰਘ ਤੇ ਭਾਈ ਖੜਕ ਸਿੰਘ, ਦੋਨੇ ਵਿਆਹੇ ਹੋਏ ਸੀ। ਇੱਕ ਨੂੰਹ ਤਾਂ ਸੀਗੀ ਘਰੇ, ਉਹਨੂੰ ਵੀ ਫੜ ਲਿਆ ਨਾਲ ਹੀ, ਤੇ ਇੱਕ ਨੂੰਹ ਕੋਲੇ ਬੱਚਾ ਹੋਣ ਵਾਲਾ ਸੀ, ਉਹ ਅੰਬਾਲੇ ਬੰਨੀ ਪੇਕੇ ਸੀ, ਉੱਥੇ ਗਈ ਹੋਈ ਗੁਰਮੁਖ ਅੰਬਾਲੇ ਹੀ, ਉਹ ਕੱਲੀ ਬਚੀ ਕਿਉਂਕਿ ਉਹ ਪੇਕੇ ਗਈ ਹੋਈ ਸੀ। ਬਾਕੀ ਦੋ ਪੁੱਤਰ, ਇੱਕ ਨੂੰਹ, ਨਾਲੇ ਜੈ ਸਿੰਘ ਦੇ ਘਰ ਵਾਲੀ ਨੂੰ ਗ੍ਰਿਫਤਾਰ ਕਰ ਲਿਆ ਤੇ ਕਸਾਈ ਸੱਦ ਲੈ। ਕਸਾਈ ਅਬਦੁਲ ਸਮੁੱਦ ਖਾਂ ਕਹਿੰਦਾ ਜਾਂ ਤਾਂ ਕਰ ਲਾ ਇਸਲਾਮ ਕਬੂਲ, ਤੇ ਨਹੀਂ ਅੱਜ ਤੇਰੀ ਕੁਲ ਖਤਮ ਕਰ ਦਿਆਂਗੇ। ਭਾਈ ਜੈ ਸਿੰਘ ਦਾ ਜਿਗਰਾ ਵੇਖੋ। ਕਹਿੰਦੇ ਸਾਡੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਨੇ ਸਾਨੂੰ ਸੁੱਖ ਦੇਣ ਵਾਸਤੇ ਆਪਣਾ ਸਰਬੰਸ ਕੁਰਬਾਨ ਕਰਤਾ, ਤੇ ਜੇ ਸਾਡਾ ਲੇਖੇ ਲੱਗ ਜੂ ਤਾਂ ਕੀ ਹੁੰਦਾ? ਜੇ ਸਿੱਖੀ ਤੋਂ ਬੇਮੁਖ ਹੋ ਗਏ ਫਿਰ ਮੇਰੀ ਕੋਲ ਰਹੇ ਨਾ ਹੀ ਰਹੇ, ਇਦੋਂ ਤੱਕ ਨਹੀਂ ਚਾਹੀਦੀ। ਅਸੀਂ ਤਾਂ ਜੀਵਨ ਗੁਰੂ ਲੇਖੇ ਲਾਉਣਾ ਹੈ।
ਫਿਰ ਸਾਰੇ ਪਰਿਵਾਰ ਦੇ ਸਾਹਮਣੇ ਨਗਰ ਸਾਰਾ ਇਕੱਠਾ ਹੋਇਆ, ਬਹੁਤ ਇਕੱਠ। ਜੋੜੇ ਦੋ ਰੁੱਖ ਸੀ ਬੋੜ ਦੇ, ਹੁਣ ਵੀ ਹੈਗੇ ਗੁਰਮੁਖ। ਭਾਈ ਜੈ ਸਿੰਘ ਨੂੰ ਪੁੱਠਾ ਲਮਕਾਇਆ, ਕੁੱਟਿਆ, ਮਾਰਿਆ, ਬਹੁਤ ਤਸੀਹੇ ਦਿੱਤੇ ਤੇ ਅੱਖਾਂ ਦੇ ਸਾਹਮਣੇ ਪਹਿਲਾਂ ਇਹਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਗੁਰਮੁਖ। ਤੇ ਸਾਧ ਸੰਗਤ ਜੀ, ਹੁਣ ਤੁਸੀਂ ਗ੍ਰਸਤੀ ਬੈਠੇ ਹੋ, ਜਿਹੜੇ ਮਾਤਾ ਪਿਤਾ ਦੇ ਸਾਹਮਣੇ ਪੁੱਤਰ ਮਰੇ ਉਹ ਕਿਤੇ ਸੁੱਖੇ ਰਹਿੰਦੇ ਆ ਗੁਰਮੁਖ? ਤੇ ਅੱਖਾਂ ਸਾਹਮਣੇ ਸ਼ਹੀਦੀ ਪਾਈ। ਇੱਕ ਆਮ ਮਰਨਾ ਹੁੰਦਾ, ਸ਼ਹੀਦ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਦੇਸ਼ ਕੌਮ ਲਈ ਜਾਂ ਧਰਮ ਲਈ ਮਰੇ ਗੁਰਮੁਖ। ਇੱਕ ਤੁਹਾਨੂੰ ਹੋਰ ਬੇਨਤੀ ਕਰਦਿਆਂ, ਤ੍ਰੇਤੇ ਯੁੱਗ ਦੇ ਵਿੱਚ ਯੁੱਧ ਹੋਇਆ ਰਾਮਚੰਦਰ ਜੀ ਔਰ ਰਾਵਣ ਦਾ। ਕਿੱਡੇ ਕਿੱਡੇ ਯੋਧਿਆਂ ਨੂੰ ਵੀ ਮੌਤ ਆਈ, ਕਿੰਨੀ ਦੁਨੀਆ ਹੋਰ ਵੀ ਮਰੀ, ਪਰ ਕੋਈ ਇੱਕ ਵੀ ਸ਼ਹੀਦਾਂ 'ਚ ਨਹੀਂ ਗਿਣਿਆ ਗਿਆ। ਦੁਆਪਰ ਯੁੱਗ ਦੇ ਵਿੱਚ ਆ ਜਾਇਓ ਕਿਤੇ ਕੁਰਸ਼ੇਤਰ, ਯੁੱਧ ਹੋਇਆ ਕੈਰਵਾਂ ਪਾਂਡਵਾਂ ਦਾ, ਤੇ ਉਸ ਵੇਲੇ ਗੁਰਮੁਖ ਪਿਆਰਿਓ ਬਹੁਤ ਦੁਨੀਆ ਮਰੀ। ਕਹਿੰਦੇ 18 ਖੂਣੀਆਂ ਖੱਪ ਗਈਆਂ ਸੀ, ਉਹਨਾਂ ਵਿੱਚੋਂ ਵੀ ਕੋਈ ਇੱਕ ਵੀ ਸ਼ਹੀਦ ਨਹੀਂ ਗਿਣਿਆ ਗਿਆ। ਤੇ ਸਿੱਖ ਕੌਮ ਦੇ ਸਾਰੇ ਸ਼ਹੀਦ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਕਾਰਨ ਇਹ ਸੀ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਹੁੰਦੀਆਂ ਉਹ ਦੂਜਿਆਂ ਦੇ ਭਲੇ ਲਈ ਹੋਈਆਂ ਗੁਰਮੁਖ। ਤੇ ਆ ਵੀ ਆਪਾਂ ਦੇਖੋ ਬੁੱਤ ਬਣਾ ਕੇ ਲਾਇਆ ਵੀਰ ਸ਼ਹੀਦ ਹੈਪੀ ਸਿੰਘ ਦਾ, ਸਭ ਆ ਕੇ ਸਨਮਾਨ ਕਰਦੇ ਆ। ਕਿਉਂਕਿ ਇਹ ਵੀ ਦੇਸ਼ ਕੌਮ ਦੀ ਖਾਤਰ ਸ਼ਹੀਦ ਹੋਏ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸ਼ਹੀਦਾਂ ਦੀਆਂ ਵੜੀਆਂ ਤੇ ਮੇਲੇ ਲੱਗਦੇ ਆ, ਇਦੋਂ ਹੋਰ ਕੋਈ ਥਾਂ ਪਵਿੱਤਰ ਨਹੀਂ ਹੁੰਦੀ ਗੁਰਮੁਖ। ਹੁਣ ਇੱਥੇ ਭਾਈ ਜੈ ਸਿੰਘ ਜੀ ਨੂੰ ਕਹਿੰਦੇ ਤੇਰੇ ਮੁੰਡਿਆਂ ਨੂੰ, ਤੇਰੇ ਬੱਚਿਆਂ ਨੂੰ ਸ਼ਹੀਦ ਕਰਾਂਗੇ। ਤੇ ਮਾਤਾ ਧਨ ਕੌਰ ਉੱਚੀ ਦਿਨੇ ਜੈਕਾਰਾ ਲਾਇਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੀ ਪੁੱਤਰਾ ਕੜਾਕਾ ਸਿੰਘ ਨੂੰ ਸ਼ਹੀਦ ਕਰਨ ਲੱਗੇ ਨਾ ਜਦੋਂ, ਕਹਿੰਦੀ ਪੁੱਤਰਾ ਤੈਂ ਮੇਰਾ ਦੁੱਧ ਚੁੰਘਿਆ, ਦੇਖੀ ਕਿਤੇ ਤਸੀਹਿਆਂ ਤੋਂ ਡਰ ਕੇ ਲਾਜ ਨਾ ਲਾ ਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਸਿਦਕ ਤੋਂ ਡੋਲ ਨਾ ਜਾਈ। ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਆਪ ਜੈਕਾਰੇ ਲਾਏ, ਕੜਾਕਾ ਸਿੰਘ ਨੂੰ ਸ਼ਹੀਦ ਕੀਤਾ, ਫਿਰ ਖੜਕ ਸਿੰਘ ਨੂੰ ਸ਼ਹੀਦ ਕੀਤਾ, ਫਿਰ ਨੂੰਹ ਨੂੰ ਸ਼ਹੀਦ ਕੀਤਾ, ਫਿਰ ਭਾਈ ਜੈ ਸਿੰਘ ਦੇ ਘਰ ਵਾਲੀ ਧਨ ਕੌਰ ਨੂੰ ਸ਼ਹੀਦ ਕੀਤਾ। ਤੇ ਭਾਈ ਜੈ ਸਿੰਘ ਪੁੱਠੇ ਲਮਕੀ ਜਾਂਦੇ ਐ, ਫਿਰ ਵੀ ਉੱਚੀ ਦਿਨੇ ਜੈਕਾਰਾ ਲਾਇਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦਾ ਧੰਨ ਹੈ ਮੇਰੀ ਪਤਨੀ ਜਿਹਨੇ ਅੱਜ ਮੇਰੀ ਲਾਜ ਰੱਖੀ, ਦੁੱਖ ਸੁੱਖ ਵਿੱਚ ਵੀ ਮੇਰਾ ਸਾਥ ਦਿੱਤਾ ਹੈ। ਤੇ ਹੁਣ ਜਦੋਂ ਦੇਸ਼ ਕੌਮ ਤੋਂ ਜਾਣ ਦੀ ਵਾਰੀ ਆਈ, ਜਾਨ ਕੁਰਬਾਨ ਕਰਤੀ, ਪਰ ਧਰਮ ਨਹੀਂ ਛੱਡਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖਣ ਵਾਲੇ ਫਿਰ ਸਾਰੇ ਕਹਿੰਦੇ ਸੀ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖ ਸਤਿਗੁਰ ਜੀ ਤੇਰੇ ਐ, 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 ਧੰਨ ਸਿੱਖ ਸਤਿਗੁਰ ਜੀ ਤੇਰੇ ਐ। ਧੰਨ ਸਿੱਖ ਸਤਿਗੁਰ ਜੀ ਤੇਰੇ ਐ, ਸਿੱਖ ਸਤਿਗੁਰ ਜੀ ਤੇਰੇ
ਧੰਨ ਹੈ ਗੁਰੂ ਕੇ ਸਿੱਖ। ਲਾਸਟ ਦੇ ਵਿੱਚ ਭਾਈ ਜੈ ਸਿੰਘ ਨੂੰ ਸ਼ਹੀਦ ਕੀਤਾ। ਪੈਰ ਦੇ ਅੰਗੂਠੇ ਤੋਂ ਨਾ ਫਿਰ ਰੰਬੀ ਨਾਲ ਖੱਲ ਲਾਉਣੀ ਸ਼ੁਰੂ ਕੀਤੀ। ਗੁਰੂ ਸੌਖਾ ਨਹੀਂ ਹੈ। ਗ੍ਰਸਤੀ ਬੈਠੇ ਹੋ ਇੱਥੇ ਤੁਰੇ ਜਾਂਦੇ ਆ, ਮਾੜਾ ਜਾਂ ਕੰਡਾ ਵੱਜੇ ਤੁਰਿਆ ਨਹੀਂ ਜਾਂਦਾ ਗਾਹਾਂ। ਪਰ ਭਾਈ ਜੈ ਸਿੰਘ ਜੀ ਪੈਰ ਦੇ ਅੰਗੂਠੇ ਤੋਂ ਖੱਲ ਲਾਉਣੀ ਸ਼ੁਰੂ ਕਰਤੀ। ਖੱਲ ਲਾਉਂਦੇ ਨੇ, ਨਾਲੇ ਵਾਰੀ-ਵਾਰੀ ਪੁੱਛਦੇ ਐ, ਕਹਿੰਦੇ ਲੋਕਾਂ ਦੀਆਂ ਲੱਤਾਂ ਵੱਢੀਆਂ ਜਾਂਦੀਆਂ ਫਿਰ ਵੀ ਬਚ ਜਾਂਦੇ ਐ। ਕਈਆਂ ਦੇ ਪੱਟਾਂ ਕੋਲੋਂ ਲੱਤਾਂ ਵੱਢੀਆਂ ਜਾਂਦੀਆਂ ਬਚ ਜਾਂਦੇ ਆ, ਤੇਰੀ ਤਾਂ ਖਾਲੀ ਲਾਹੀ ਐ, ਤੈਨੂੰ ਬਚਾ ਲਾਂਗੇ। ਹਜੇ ਵੀ ਕਹਦੇ ਮੈਂ ਸਿੱਖ ਨਹੀਂ, ਇਸਲਾਮ ਕਬੂਲ ਕਰ ਲੈ। ਪਰ ਧੰਨ ਭਾਈ ਜੈ ਸਿੰਘ ਜੀ ਕਹਿੰਦੇ ਮੈਂ ਤਾਂ ਸਿੰਘ ਆ ਕਲੰਗੀਆਂ ਵਾਲੇ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਮੈਨੂੰ ਵਾਰੀ-ਵਾਰੀ ਡਰਾਵੇ ਦਿੰਨੇ ਹੋ? ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਪਰ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਪਰ ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਪਰ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਸਾਡਾ ਸਿੱਖੀ ਸਿਦਕ ਨਾ ਜਾਵੇ। ਕਹਿੰਦੇ ਸਿਰ ਜਾਂਦਾ ਜਾਵੇ। ਦੇਖੋ ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਖੱਲ ਲਾ ਦੀ। ਭਾਈ ਜੈ ਸਿੰਘ ਦੇ ਸਵਾਸ ਚੱਲਦੇ ਸੀ। ਦੁੱਖ ਕਿਤੇ ਥੋੜਾ ਗੁਰਮੁਖ। ਇੱਥੇ ਜਾੜ ਕਢਾਉਣ ਚਲੇ ਜਾਈਏ, ਡਾਕਟਰ ਮਾੜਾ ਜਿਹਾ ਜਦੋਂ ਛੇੜਦਾ ਤੇ ਜਾਨ ਨਿਕਲਣ ਵਾਲੀ ਹੋ ਜਾਂਦੀ। ਪਤਾ ਨਾ ਤੁਹਾਨੂੰ ਔਖਾ ਬਹੁਤ ਸੀ। ਦੇਖੋ ਸੁਣਨਾ ਸੌਖਾ ਹੈ, ਸੁਣਾਉਣਾ ਸੌਖਾ ਹੈ, ਪਰ ਜੀ ਤੇ ਬੀਤੀ ਹੋ ਕਿਵੇਂ ਝੱਲੇ ਹੋਣਗੇ ਦੁੱਖ। ਤੇ ਅੱਜ ਫਿਰ ਨਮਸਕਾਰਾਂ ਵੀ ਉਹਨਾਂ ਨੂੰ ਹੀ ਹੁੰਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਚਮਾਰਾਂ ਦੇ ਘਰ ਵਿੱਚ ਪੈਦਾ ਹੋਏ, ਪਰ ਜਿੱਥੇ ਕਿਤੇ ਵੀ ਅਰਦਾਸ ਹੋਊਗੀ ਨਾ, ਯਾਦ ਜ਼ਰੂਰ ਕਰਨਗੇ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ। ਜਦੋਂ ਖੋਪਰੀ ਲਹਾਉਣ ਦੀ ਗੱਲ ਆਉਂਦੀ ਹੈ, ਭਾਈ ਤਾਰੂ ਸਿੰਘ ਪਤਾ ਤੁਹਾਨੂੰ, ਉਹ ਵੀ ਰਵਿਦਾਸੀਆਂ ਦੇ ਘਰ 'ਚ ਪੈਦਾ ਹੋਏ ਸੀ। ਕਿੱਡੀਆਂ ਕਿੱਡੀਆਂ ਕੁਰਬਾਨੀਆਂ। ਤੇ ਹੁਣ ਤੁਸੀਂ ਸੋਚਿਓ, ਥੋੜਾ ਜਿਹਾ ਕਰੜੇ ਹੋ ਕੇ ਸੁਣ ਲਿਓ। ਉਹ ਤਾਂ ਕਹਿੰਦੇ ਸੀ ਸਿੱਖੀ ਸਿਦਕ ਜਾਵੇ ਨਾ, ਤੇ ਹੁਣ ਚੌੜੇ ਹੋ ਕੇ ਦੁਕਾਨ ਤੇ ਜਾ ਕੇ ਨਾਈ ਦੀ ਤੇ ਬਹਿ ਜਾਣਗੇ ਵੀ ਛੱਡੀ ਨਾ ਭੋਰਾ। ਜਦੋਂ ਕਹਿੰਦੇ ਆ ਨਾ ਵੀ ਅੰਮ੍ਰਿਤ ਛਕੋ, ਸਾਨੂੰ ਸ਼ਰਮ ਆਉਂਦੀ ਆ ਸਮਾਂ ਵੀ ਐਡੀਆਂ ਐਡੀਆਂ ਕੁਰਬਾਨੀਆਂ। ਜਦੋਂ ਇੰਨੀ ਉਮਰ ਤੱਕ ਇਹਨਾਂ ਨੂੰ ਹੁਣ ਤੱਕ ਨਹੀਂ ਸਮਝ ਆਈ, ਸਾਡਾ ਕਿਹਾ ਕਿੱਥੋਂ ਮੰਨਣਗੇ। ਪਰ ਦੁੱਖ ਹੁੰਦਾ। ਦੇਖੋ ਭੇਡ ਦੀ ਵੀ ਉੱਨ ਲਾਉਣੀ ਹੋਵੇ ਨਾ, 5-7 ਜਾਣੇ ਫੜਦੇ ਆ, ਫੇਰ ਉਹ ਵਾਲ ਕਟਾਉਂਦੀ ਆ, ਨਹੀਂ ਨੇੜੇ ਲੱਗਣ ਦਿੰਦੀ। ਘਰਾਂ 'ਚ ਆਮ ਕੱਟੇ ਕੱਟੀਆਂ ਮੁੰਦੇ ਹੀ ਹੋ ਤੁਸੀਂ, ਕੱਟੀ ਨਹੀਂ ਨੇੜੇ ਲੱਗਣ ਦਿੰਦੀ ਕੈਂਚੀ ਲੈ ਕੇ ਛੇਤੀ। ਤੇ ਆਪਾਂ ਉਦੋਂ ਵੀ ਗਏ ਗੁਜਰੇ। ਸੰਭੋ ਭਾਈ, ਕੱਲੇ ਕਿਤੇ ਗੱਡੀਆਂ ਤੇ ਲਿਖ ਕੇ ਦੱਸਣ ਜੋਗੀ ਨਾ ਰਹਿ ਜਾਈਏ ਵੀ ਪੁੱਤ ਸਰਦਾਰਾਂ ਦੇ। ਦੇਖਣ ਤੋਂ ਵੀ ਪਤਾ ਲੱਗੇ ਇਹ ਸਿੱਖ ਜਾਂਦਾ। ਤੇ ਜਿਹੜੇ ਸਿੱਖੀ ਸਿਧਾਂਤਾਂ ਤੇ ਤੁਰੇ ਹੋ, ਬਾਣੀ ਬਾਣਾ ਹੈਗਾ, ਤੇ ਉਦੋਂ ਵੀ ਖਿਆਲ ਰੱਖੋ ਕੋਈ ਇਹੋ ਜਿਹਾ ਕਰਮ ਨਾ ਕਰੇ ਲੋਕ ਕਹਿਣ ਵੀ ਆਹ ਹੁੰਦੇ ਆ ਸਿੱਖ। ਕਿਉਂਕਿ ਵਿੱਚ ਉਹ ਵੀ ਹੈਗੇ ਗੁਰਮੁਖ। ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ।
पर संभो भाई देखो जेड़े देश कौम नूं लाज लाउणगे किसी ने नहीं पुछना, ते जेड़े कोई चज दे राह ते तुरनगे उन्हां नूं ही मत्थे टिकदे आ। आखो सतनाम श्री वाहिगुरू। भाई जै सिंह दी खल ला के शहीद करता। चेत दा महीना 10ਵੀਂ ਦੇ ਦਿਹਾੜੇ ਤੇ बहुत ਵੱਡਾ ਮੇਲਾ ਭਰਦਾ। ਅੱਜ ਤੱਕ ਵੀ ਸੰਗਤਾਂ ਜਾਂਦੀਆਂ, बहुत ਵੱਡਾ ਮੇਲਾ ਹੁੰਦਾ, ਬੜੀਆਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ। ਪਿੰਡ ਤਾਂ ਦੇਖੋ ਮੁਗਲ ਮਾਜਰਾ, ਫਿਰ ਬਾਅਦ ਵਿੱਚ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਨਾ ਵੀ ਇਦਾਂ ਕਰਕੇ ਗੁਰੂ ਸਿੱਖਾਂ ਤੇ ਇਹਨਾਂ ਨੇ ਜ਼ੁਲਮ ਕੀਤਾ, ਫਿਰ ਉਹ ਪਿੰਡ ਮੁਗਲ ਮਾਜਰਾ ਥੇ ਕਰਤਾ ਸੀ। ਥੇ ਦੀਆਂ ਨਿਸ਼ਾਨੀਆਂ ਹੁਣ ਵੀ ਹੈਗੀਆਂ। ਤੇ ਜਿੱਥੇ ਭਾਈ ਜੈ ਸਿੰਘ ਨੇ ਸ਼ਹੀਦੀ ਪਾਈ ਉੱਥੇ ਫਿਰ ਬਾਰਨ ਪਿੰਡ ਨਵਾਂ ਵਸਿਆ ਗੁਰੂ। ਅੱਜ ਮੇਲੇ ਲੱਗ ਰਹੇ ਆ, ਸੰਗਤਾਂ ਜਾਂਦੀਆਂ, ਬਹੁਤ ਵੱਡਾ ਗੁਰੂ ਘਰ ਬਣ ਗਿਆ। बाबा फरीद जी कहते हैं ना, आप सवार है मैं मिल है, मैं मिलिया सुख हो। कहते जे तू आप दा आप सवार ले मेरे नाल मिल जा, मैं तेनू मिलने नू तैयार हाँ। पर याद रखी मिलना गल होर है, बन के रहना गल होर है। कहते फिर बन के रही, जे तू मेरा होए रहे है, जे तू मेरा हो के रवेगा फिर आ भी याद रखी सब जग तेरा होए। कहते सारा संसार तेरा बन जूगा। ते आपां कहने आ साडी कोई सुनदा नहीं प्यारिओ। जिद्दे गुरु दे मंगर तुर पे ना, गुरु दी गल करांगे, गुरु दे बनांगे, संसार तां मंगर मंगर तुरिया फिरू। आखो सतनाम श्री वाहिगुरू। निरंकार नाल जुड़ना भाई। इस करके साध संगत जी मालिक दे पल्ले लगे आ, सतगुरु दे बन के रहिए। अपना आप संभालो, नशे पत्तियां तो गुरेज करो, वध तो वध विद्या पढ़ो, ऊच नीच जात पात दा बोलबाला जिहड़ा इहनूं खत्म करो। ते मैं पहलां भी बेनती कीती है, हुण समा आ गया। जिवें मैं शुरू च बेनती कर रहा सी भी कई फोन करके कहणगे भी उदों तां अमृत नहीं सी, पहलां भी बथेरिਆਂ ने इदां ही जिंदगी सफल बनाई। अमृत छकना जरूरी है, तुसीं क्यों बार बार कहने हो? सुनो, हुण पुराने समय बजुर्ग अनपढ़ हुंदे सी, खद्दर दे कपड़े पाउंदे, तुर के रिश्तेदारियां जांदे सी, उदों समा ही उदां दा सी। ते हुण गरीब भी चाहुंदा है मैं भावें दिहाड़ी कर लां पर मेरा पुत्त है जां धी है इहनूं मैं विद्या पढ़ावां। क्यों? क्योंकि पता है भी हुण विद्या बिना सरना नहीं। आखो सतनाम श्री वाहिगुरू। पढ़ाउण वालियां दी भी कदर करिया करो गुरमुखो, ਵੱਧ ਤੋਂ ਵੱਧ विद्या पढ़दे आ, क्योंकि समा यह जा गया। इसे तरह साडे गुरुआं ने भी जदों भगती दा समा सी उदों भगती ते जोर दिता, जदों लोड़ पई फिर साफ कहता सी, कहंदे हुण बाबर दी चक्की पी के देख ली, तत्ती तवी ते बह के देख लिया, तेरा भाणा मीठा लागे ये भी कह के वेख लिया। पर जालम मित हुंदे नहीं तलवार तो बिना। मर्दां दे ताई कौमां दी तकदीर बनाउणी पैंदी है। जद हद जुल्म दी हो जावे फिर माला रख के ते सज्जणों शमशीर उठाउणी पैंदी है। किहदा जी करदा सी एवें लड़न नूं? ये तां याद रखना है साडे लई कुर्बानियां होईयां। तेरे पिछे घर किसे अपना लुटाया है, सारा जग छड्ड तैनूं गल नाल लाया है। दसो दे प्यार दा तूं की मुल पाया है। अपना आप संभालो भाई, एवें ना गलत राहां ते तुर के जिंदगी दे विच दाग लाईए। ये जीवन बार बार नहीं मिलता हुंदा, इहदी कदर करनी है। साध संगत जी सच्चे पातशाह दे चरनां च अरदास करियो, दाता सारे परिवार नूं सिੱਖੀ दी दात बख्श दिओ। सारे परिवार नूं सिੱਖੀ दी दात बख्श दो। सारे परिवार नूं सिੱਖੀ दी दात बख्श दिओ। 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 सिੱਖੀ दी दात
बख्श दियो, सिक्खी दी दात बख्श दियो, सिक्खी दी दात बख्श दियो। सारे परिवार नूं सिक्खी दी दात बख्श दियो, सारे परिवार नूं सिक्खी दी दात बख्श दियो। सारे परिवार नूं सिक्खी दी दात बख्श दियो, सारे परिवार नूं सिक्खी दी दात बख्श दियो, सारे परिवार नूं सिक्खी दी दात बख्श दियो, सारे परिवार नूं सिक्खी दी दात बख्श दियो। ਜਦੋਂ ਵੀ ਮਾਲਕ ਦੇ ਦਰ ਤੇ ਆਈਏ ਇਹ ਅਰਦਾਸ ਕਰਿਆ ਕਰੋ ਵੀ ਮਹਾਰਾਜ ਸਾਡਾ ਜੀਵਨ ਚੰਗਾ ਬਣੇ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ੋ, ਤੇ ਮਾਲਕ ਅਰਦਾਸ ਜ਼ਰੂਰ ਸੁਣਦੇ ਆ। ਤੇ ਦੂਸਰੀ ਬੇਨਤੀ ਭਾਈ, ਜਿੱਥੇ ਵਿਦਿਆ ਵੱਧ ਤੋਂ ਵੱਧ ਪੜ੍ਹਨੀ ਹੈ ਉੱਥੇ ਆਪਣੇ ਸਿੱਖੀ ਸਰੂਪ ਨੂੰ ਵੀ ਸੰਭਾਲੋ। ਸੋ ਆਓ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਾਬਾ ਵਾਹਿਗੁਰੂ ਜੀ ਨੂੰ ਮੈਂ ਬੇਨਤੀ ਕਰੂੰਗਾ 2 ਮਿੰਟ ਸਿਮਰਨ ਦੀ ਹਾਜ਼ਰੀ ਲਵਾਉਣਗੇ, ਫਿਰ ਆਪਾਂ ਆਨੰਦ ਸਾਹਿਬ ਪੜਾਂਗੇ। ਕਿਉਂਕਿ ਸਿਮਰਨ ਹੈ ਨਾ ਜਿਹੜਾ, ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਉੱਚਾ ਵਾਹਿਗੁਰੂ ਦਾ ਸਿਮਰਨ ਹੈ। ਸੋ ਸਾਰੀ ਸੰਗਤ ਸਿਮਰਨ ਨਾਲ ਆਪਾਂ ਜੁੜਨਾ ਹੈ, ਫਿਰ ਆਨੰਦ ਸਾਹਿਬ ਦੇ ਵਿੱਚ ਹਾਜ਼ਰੀ ਲਾ ਕੇ ਅਰਦਾਸ ਕਰਾਂਗੇ। ਸਾਡੇ ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਹੈ ਉਹ ਸਿਮਰਨ ਕਰਾਉਣ। ਵਾਹਿਗੁਰੂ ਜੀ। ਹਾਂਜੀ, ਇੱਕ ਮਨ ਚਿੱਤ ਨਾਲ ਹੱਥ ਜੋੜੋ, ਸਤਿਗੁਰਾਂ ਦਾ ਧਿਆਨ ਕਰੋ ਜਿਨ੍ਹਾਂ ਨੇ ਸਾਡੀ ਖਾਤਰੀ ਸਭ ਕੁਝ ਕੀਤਾ। ਇਸ ਤਰ੍ਹਾਂ ਸਰਦਾ ਭਾਵਨਾ ਨਾਲ ਹੱਥ ਜੋੜਾਂਗੇ ਤਾਂ ਪਰਮੇਸ਼ਰ ਦੀ ਇਹ ਬੰਦਗੀ ਹੈ, ਸਿਮਰਨ ਹੋ ਜਾਂਦਾ ਹੈ। ਜੋੜੋ ਹੱਥ, ਨਿਭਾਓ ਸੀਸ, ਸਤਿਗੁਰਾਂ ਦਾ ਧਿਆਨ ਧਰੀਏ, ਸਤਿਗੁਰੂ ਜੀ ਦਾ ਧਿਆਨ ਧਰਾਂਗੇ। ਮੇਰ ਭਰਿਆ ਹੱਥ ਰੱਖ ਦਿੰਦੇ ਆ, ਬੁਰਾਈਆਂ ਦੂਰ ਕਰ ਦਿੰਦੇ ਆ, ਗੁਣ ਬਖਸ਼ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਿਹੜੇ ਕੌਮ ਲਈ ਸ਼ਹੀਦ, ਦੇਸ਼ ਲਈ ਸ਼ਹੀਦ ਹੁੰਦੇ ਆ, ਉਹਨਾਂ ਦੀ ਦੇਣ ਤਾਂ ਨਹੀਂ ਦੇ ਸਕਦੇ, ਪਰ ਉਹਨਾਂ ਦੀ ਸੇਵਾ ਸਿਮਰਨ ਕਰਕੇ ਆਪਾਂ ਉਹਨਾਂ ਦਾ ਲਾਂਭਾ ਲਾ ਸਕਦੇ ਹਾਂ। ਹਰ ਦਮ ਹਰ ਘੜੀ ਸਿਮਰਨ ਨਾਲ ਜੁੜ ਜਾਈਏ ਤਾਂ ਸੰਸਾਰ ਦਾ ਭਲਾ ਆਪਣਾ ਤਾਂ ਹੋਣਾ ਹੀ ਹੋਣਾ। ਹੁਣ ਸਾਰੇ ਜਣੇ ਜਪੀਏ ਵਾਹਿਗੁਰੂ 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 2 ਮਿੰਟ ਦਿੱਤੇ ਸੀ, ਇਹ 2 ਮਿੰਟ ਹੀ ਵਾਧੂ ਹੈ। ਇੱਕ ਵਾਰ ਹੀ ਜਪਿਆ ਵਾਧੂ ਹੈ। ਹੁਣ ਜਿਹੜਾ ਗੁਰਮੁਖ ਪਿਆਰਾ ਆਪਣੇ ਲਈ ਜਿੰਦ ਵਾਰ ਕੇ ਗਿਆ 5 ਵਾਰ ਉਹਨਾਂ ਦੇ ਨਾਂ ਦਾ ਜਪ ਦਿਓ, ਕਿਉਂਕਿ ਧੰਨੋ ਮਾਂ, ਧੰਨੋ ਪਿਤਾ, ਧੰਨੋ ਕੁਲ, ਜਿਨ੍ਹਾਂ ਨੇ ਆਪਣੇ ਲਈ ਤੇ ਦੇਸ਼ ਦੇ ਲਈ ਕੁਰਬਾਨੀ ਕੀਤੀ। ਵਿਦਾਸ ਫੌਜ ਦੇ ਵਿੱਚ ਆਇਆ ਸੀ, ਫੌਜ ਤੋਂ ਰਿਟਾਇਰਮੈਂਟ ਹੋਇਆ। ਜਦੋਂ ਮੇਰੇ ਕੋਲ ਸਾਈਨ ਕਰਾਉਣ ਵਾਸਤੇ ਭਰਤੀ ਹੁੰਦੇ ਆ, ਇੱਥੋਂ ਫੌਜੀਆਂ ਦੀ ਗਵਾਹੀ ਲੈਂਦੇ ਨਾ, ਮੇਰੇ ਸਾਈਨ ਕਰਾਉਣ ਵਾਸਤੇ ਆਇਆ। ਮੈਂ ਕਿਹਾ ਪੁੱਤਰ ਭਰਤੀ ਤਾਂ ਜਾ ਰਿਹਾ, ਜਾਂ ਤਾਂ ਜਾ ਨਾ, ਜੇ ਜਾਵੇਂਗਾ ਤਾਂ ਭਾਵੇਂ ਮਰ ਜੇ, ਉੱਥੇ ਆਉਣਾ ਨਹੀਂਗਾ। ਕਹਿੰਦਾ ਬਾਬਾ ਜੀ ਮੈਂ ਤਾਂ ਪੈਨਸ਼ਨ ਲੈ ਕੇ ਆਊਂ,
जब मरिया आऊँगा सतनाम। श्री वाहेगुरु। उसने गुरमुख ने यह जा भजन लिख लिया, वो सच हो गया भाई। आप जो बोलते ना सच हो जाता है। तो ये भी समझ सोच के जपना है। तो मैं भी उन्होंने पूछ बैठा, उत फौज तो भज जाते हैं, भजना नहीं गा, कहता जाता पिलसों होऊंगा जब मरिया आऊँगा सतनाम। ते गुरमुख प्यारिओ ये बोल अटल होंदे आ। जिहड़ा बोलिया ना ये टल है, उहदी मंग आपां कुछ नहीं कर सकते। 5 आवाज़ां मार दिओ ते संसार दा भला हो जू। ये पवित्र रूहां इत्थे हाज़र ना, क्यों कि गुरु ग्रंथ साहिब जी हाज़र आ। उन्हां दी आवाज़ है, जिथों आए हैं ना आपां कनेडा अमरीका दे विच सीधी गल हो जाती, आए सीधी गल हो रही है अकाल पुरख दे दरगाह विच। ते 5 आवाज़ां मार दिओ, कोई बन जा ना रहे, चाहे बड़ा है चाहे छोटा है, ते सर्वत दा भला हो जूगा। वाहे गुरु 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 वाहे गुरु। एक बाज होर मार दिओ, हर जी माता हर जी पिता। बाबा जी कहते ना, जे माता पिता ना हुंदा आपां इकट्ठे नहीं होना सी। उन्हां दे धन माता पिता वो चाहे हैगे है चाहे बग गए, क्यों कि वो माता पिता की आप देन नहीं जा सकते। एक आवाज़ हुण ना वांझे रह दिओ कोई, क्योंकि माता पिता की कई जन्मां च नहीं दे सकते, परमेश्वर की तो देवांगे कित्थे। हुण वांझे ध्यान धरो सारे जने, जपिओ वाहे गुरु वाहे गुरु। जोड़ो हाथ निभाओ सी सतगुरां दा ध्यान धरिए, बुलाओ फतेह। वाहिगुरु जी का खालसा वाहिगुरु जी की फतेह। सो बहुत बहुत धन्यवाद। जिथे भी किते बाबा जी जाते हैं सिमरन नहीं कराउंदे हुंदे आ, ये सच्चा हुक्म है गुरमुख। सो अमृत संचार भी तख्त श्री दमदमा साहिब हुंदा है, 5 प्यारिਆਂ ਦੇ ਨਾਲ सेवा निभाउंदे ने, बहुत वड्डी माण वाली गल है। सो बाबा जी भी वचन कर रहे सी भी कई बारी बोलिया साडा सच हुंदा है, ते भी याद रखियो 24 घंटिया चों एक बोल हर इंसान का पूरा हुंदा ही हुंदा है गुरु। इस करके जदों भी बोलना है ना बड़ा सोच समझ के बोलिया करो। कोई ओहे जा बचन नहीं बोलना चाहिए जिहदे करके किसी दूजे का नुकसान होवे गुरु। भले दे बचन ही बोलने चाहिए है। सो बहुत बहुत धन्यवाद सारी संगत का। सो शहीद हैप्पी सिंह जी उन्हां दी याद विच अज दा प्रोग्राम सी, उस परिवार का धन्यवाद। धन है संसार ते आउणा शहीद हैप्पी सिंह दा। सो हुण उन्हां दे भाई साहब भी ਜਿਹੜੇ ਵੀਰ ने छोटे वो फौज ਦੇ ਵਿੱਚ सेवा उन्हां दी थां ते निभा रहे है। सो परमात्मा उन्हां नूं चढ़दी कला बख्शे, देश कौम दी सेवा करन दा बल बख्शिश करे। ਵੱਡਾ ਭਰਾ नायक बलजीत सिंह फौजी हुण वो भी मिलटरी दे विच है। ਵੱਡਾ ही दिल हुंदा माँ बाप का, नहीं तो जदों इहो जी घटना हो जाती है ना कई सोचते आ भी छड्ड खैड़ा नौकरी दा घरे ही ठीक आ, पर इन्ना वड्डा सदमा भी जिंदगी दे विच लग्गिया। फिर भी अपना बेटा फौज दे विच भर्ती होने लई इन्हां ने सेवा उत्थे ही निभा रहे है। इस परिवार का असीं तहे दिलों धन्नवाद करते हैं। सारे ही ग्रंथी सिंह साहिबानां दा जिन्हां ने अमृतमई बाणी दे जाप कीते, श्री अखंड पाठ साहिब दे भोग पाए गए ने। ग्रंथी सिंह गुरु के वजीर उन्हां दा भी धन्नवाद। ते साडे वीर भाई पाला सिंह जी रामनगर दे जो धर्म स्थानां ते जाके वख-वख थामां ते संगत दे जोड़ा कमेटी भी बनाई है जोड़ियां दी सेवा संभाल वास्ते गुरु। ये भी वड्डी सेवा है, एक निमरता की निशानी हुंदी है। नहीं कौन किसी दे जोड़े झाड़दा गुरमुखों, पर महाराज कहंदे विच दुनिया सेवक कमाई है तां दरगह बैसन पाई है। नानक नीमा जो चलै लग्गै ना तती वाओ। निमरता सेवा दे पुंज ने। बाकी अंगहीन जेड़े वीर हुंदे है उन्हां वास्ते भी एक सोसाइटी बनाई है। जिला बठिंडा इकाई दे प्रधान हन, बतौर प्रधान सेवा निभा रहे है। किसी नूं साइकिल की लोड़ हुंदी है जां कोई अंग किसी का लगना हुंदा है, कई बारी असीं वेखदे रहिंदे आ। सो वो भी ये बढ़ चढ़ के मूहरे हो के सेवावां निभाउंदे ने। ते मैं भी अपने वल्लों बेनती करदा जे जी साडे लायक कोई सेवा भाई वो भी जरूर दस दिया करो, क्योंकि रल मिल के कारज चलते हुंदे है। इन्ना ही बहुत है, कोई आगू बन के मूहरे हो के अपना काम धंधा छड्ड के तुरदा है, इन्ना ही बहुत हुंदा है। ते बाकी जे जी कोई मदद है आपां नूं सारिआं नूं करनी चाहिदी है, साडीआं सरकारां नूं भी
ਅੰਗਹੀਣਾਂ ਵਾਸਤੇ ਵੀ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ। ਸੋ ਅਸੀਂ ਵੀ ਬੇਨਤੀ ਕਰ ਰਹੇ ਹਾਂ ਕਿ ਜੋ ਕੋਈ ਸਾਡੇ ਲਾਇਕ ਸੇਵਾ ਹੁੰਦੀ ਹੈ, ਫੋਨ ਨੰਬਰ ਵਗੈਰਾ ਅੱਜ ਕੱਲ੍ਹ ਹੁੰਦੇ ਨੇ, YouTube ਤੇ ਸਾਰਾ ਪ੍ਰੋਗਰਾਮ ਚੱਲਦਾ ਹੈ, ਉਹ 'ਤੇ ਵੀ ਆਪਣਾ ਨੰਬਰ ਹੁੰਦਾ ਹੈ, ਜ਼ਰੂਰ ਦੱਸਿਆ ਕਰੋ। ਜਿਹੇ ਜੀ ਸਤਿਗੁਰ ਬਖਸ਼ਿਸ਼ ਕਰਨਗੇ। ਅਸੀਂ ਵੀ ਤੁਹਾਡੇ ਨਾਲ ਹਾਂ, ਤੁਸੀਂ ਵੀ ਸਾਡਾ ਸਾਥ ਦਿੰਦੇ ਹੋ। ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਦਿਨ ਰਾਤ ਰੋਡ ਦੇ ਉੱਤੇ ਲੰਗਰਾਂ ਦੀ ਸੇਵਾ, ਗੁਰੂ ਘਰ ਦੀ ਸੇਵਾ ਚੱਲ ਰਹੀ ਹੈ। ਟਾਈਫਾਈਡ ਦੀ ਤੇ ਬਵਾਸੀਰ ਦੀ ਦਵਾਈ ਉੱਥੇ ਮਿਲਦੀ ਹੁੰਦੀ ਹੈ। ਕਈ ਵਾਰੀ ਕੋਈ ਜਲ ਮਾਤਾ, ਚਿਕਨ ਪੌਕਸ ਜਿਹਨੂੰ ਕਹਿੰਦੇ ਹੋ ਜੇ, ਤੇ ਜਾਂ ਟਾਈਫਾਈਡ ਹੋ ਜੇ, ਬਵਾਸੀਰ ਹੋਵੇ, ਉਹ ਦਵਾਈ ਤੁਸੀਂ ਉੱਥੇ ਜਾ ਕੇ ਲਿਆ ਸਕਦੇ ਹੋ ਸ਼ਾਮ ਨੂੰ 5 ਵਜੇ। ਸੋ ਇਹ ਵੀ ਭਾਈ ਫ੍ਰੀ ਸੇਵਾ ਸਾਰੀ। ਸੋ ਜੋ ਲੋੜ ਹੋਵੇ ਤਾਂ ਜ਼ਰੂਰ ਇਹ ਲਾਹਾ ਲਓ। ਸੋ ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ। ਜਿੱਥੇ ਸਾਰੀ ਸੰਗਤ ਦਾ, ਨਗਰ ਦਾ ਧੰਨਵਾਦ ਹੈ, ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ। ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਜਗ੍ਹਾ ਤੇ ਚਰਨ ਪਾਏ। ਨਾਮ ਬਾਣੀ ਦਾ ਪ੍ਰਵਾਹ ਚੱਲਿਆ, ਆਪਾਂ ਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ। ਆਓ ਹੁਣ ਆਨੰਦ ਸਾਹਿਬ ਵਿੱਚ ਹਾਜ਼ਰੀ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਹੀ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ। ਪੰਜ ਦੂਤ ਤਦ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੋਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੋਰੇ ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਈ ਦਾਇਆ, ਖੇਲੇ ਸਾਗਲ ਜਗਤ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਜੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਸਵਿੰਦਰ ਸਿੰਘ ਜੀ ਵਾਲਿਆਂ ਵਾਲੀ ਵਾਲੇ ਜਿਨ੍ਹਾਂ ਨੇ ਕੀਰਤਨ ਦੀ ਹਾਜ਼ਰੀ ਭਰੀ, ਉਹਨਾਂ ਦਾ ਵੀ ਪਰਿਵਾਰ ਵੱਲੋਂ ਔਰ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਬਾਬਾ ਜੀ ਦਾ ਧੰਨਵਾਦ ਕੀਤਾ ਜਾਂਦਾ, ਜੀਓ ਆਖਿਆ ਜਾਂਦਾ। ਵਿਸ਼ੇਸ਼ ਤੌਰ 'ਤੇ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਾਂ ਨੂੰ 3 ਦਿਨਾਂ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਗੁਰਬਾਣੀ ਦੇ ਨਾਲ ਨਿਹਾਲ ਕੀਤਾ। ਸੋ ਸਾਰੀਆਂ ਸੰਗਤਾਂ ਦਾ ਫੇਰ ਧੰਨਵਾਦ ਪਰਿਵਾਰ ਵੱਲੋਂ ਭਾਈ।